ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁਨ ਪੁਨ ਸ਼ੀਸ਼ਾ। ਵਾਹਿਗੁਰੂ ਪੁਨ ਬੰਦੋਂ ਬਾਰ ਬਾਰ ਜਗਦੀਸ਼ਾ। ਜਿਸमें ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ। ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਮੁਖਵਾਕ ਮਹਿਲਾ ਪਹਿਲਾ। ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾਲ। ਲੱਖ ਠੱਗੀਆਂ ਪੈਨਾਮੀਆਂ ਰਾਤ ਦਿਨਸ ਦੇ ਨਾਲ। ਜੁਗੋ ਜੁਗ ਅਟਲ ਸ਼ਬਦ ਗੁਰੂ। ਚਵਰ ਛਤਰ ਤਖਤ ਦੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿਨਾਂ ਦੀ ਬਰਕਤਮਈ ਪਾਵਨ ਹਜ਼ੂਰੀ ਅੰਦਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਤਿਨਾਂ ਦੇ ਪਾਵਨ ਜੋਤੀ ਜੋਤਪੁਰ ਅਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤਿਨਾਂ ਦੇ ਗੁਰਤਾ ਗੱਦੀ ਪੁਰਬ ਨੂੰ ਸਮਰਪਿਤ ਗੁਰੂ ਚਰਨਾਂ ਦੇ ਵਿੱਚ ਸੁਭਾਇਮਾਨ ਗੁਰੂ ਸਵਾਰੇ ਗੁਰੂ ਪਿਆਰੇ ਸਤਸੰਗੀ ਜਨੋਂ ਵਡਭਾਗੇ ਹੋ। ਸਤਿਗੁਰਾਂ ਦੀ ਮੁਬਾਰਕ ਹਜ਼ੂਰੀ ਅੰਦਰ ਬੈਠਣ ਦਾ ਸੁਭਾਗ ਮਾਲਕ ਨੇ ਬਖਸ਼ਿਸ਼ ਕੀਤਾ ਹੈ। ਚੱਲ ਰਹੀ ਲੜੀਵਾਰ ਸ੍ਰੀ ਗੁਰ ਪ੍ਰਤਾਪ ਸੂਝ ਗ੍ਰੰਥ ਦੀ ਕਥਾ, ਜਿਸ ਕਥਾ ਵਿੱਚ ਜਨੇਊ ਦੀ ਰਸਮ ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੇ ਕਰਨ ਦਾ ਯਤਨ ਕੀਤਾ ਗਿਆ ਤੇ ਸਤਿਗੁਰੂ ਜੀ ਨੇ ਸੱਚੇ ਜਨੇਊ ਦੀ ਸਿੱਖਿਆ ਜਿਹੜੀ ਹੈ ਉਹ ਦ੍ਰਿੜ ਕਰਵਾਈ ਹੈ ਪੰਡਿਤ ਹਰਦਿਆਲ ਨੂੰ। ਤੇ ਨਾਲ ਇਹ ਵੀ ਗੱਲ ਕਹਿ ਦਿੱਤੀ, ਜੇਕਰ ਇਹ ਤੁਹਾਡੇ ਕੋਲ ਜਨੇਊ ਹੈ ਤਾਂ ਤੁਸੀਂ ਮੇਰੇ ਗਲ ਦੇ ਵਿੱਚ ਪਾ ਦਿਓ। ਆ ਜਿਹੜਾ ਤੁਸੀਂ ਪਾਉਣ ਲੱਗੇ ਹੋ ਇਹ ਮੈਨੂੰ ਪਰਵਾਹ ਨਹੀਂ ਹੈ। ਪਿਛਲੇਰੇ ਦੀਵਾਨਾਂ ਵਿੱਚ ਆਪਾਂ ਇਹ ਸ਼ਬਦ ਦੀ ਵਿਚਾਰ ਕੀਤੀ, ਦਇਆ ਕਪਾਹ ਸੰਤੋਖ ਸੂਚ ਜਤ ਗੰਢੀ ਸਤ ਵਟ। ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਟ। ਨਾ ਇਹ ਟੁੱਟੇ ਨਾ ਮਲ ਲੱਗੇ ਨਾ ਇਹ ਜਲੇ ਨਾ ਜਾਏ। ਧੰਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਅਸਲ ਦੇ ਵਿੱਚ ਉਹ ਧੰਤਾ ਦੇ ਯੋਗ ਨੇ ਜਿਨ੍ਹਾਂ ਨੇ ਇਹੋ ਜਿਹਾ ਜਨੇਊ ਆਪਣੇ ਗਲ ਵਿੱਚ ਪਾਇਆ ਹੋਇਆ ਹੈ ਕਿ ਤੇ ਟੁੱਟ ਵੀ ਜਾਏਗਾ, ਨਾਸ਼ ਵੀ ਹੋ ਜਾਏਗਾ। ਤੇ ਫਿਰ ਸਤਿਗੁਰੂ ਜੀ ਅੱਗੇ ਸ਼ਬਦਾਂ ਦੇ ਰਾਹੀਂ ਮੁਬਾਰਕ ਬਾਣੀ ਦੇ ਰਾਹੀਂ ਹੋਰ ਵੀ ਰਿਸ਼ਤੇਦਾਰਾਂ ਨੂੰ, ਸਾਕ ਸੰਬੰਧੀਆਂ ਨੂੰ, ਇੱਥੋਂ ਤੱਕ ਜਿਹੜੇ ਆਪਣੇ ਆਪ ਨੂੰ ਸਿਆਣੇ ਅਖਵਾਉਂਦੇ ਸੀ ਉਹਨਾਂ ਨੇ ਵੀ ਕੁਝ ਪ੍ਰਸ਼ਨ ਕੀਤੇ ਤੇ ਉਹਨਾਂ ਦੇ ਵੀ ਉੱਤਰ ਮਾਲਕ ਜੀ ਨੇ ਪਾਵਨ ਬਾਣੀ ਦੇ ਰਾਹੀਂ ਸ਼ਬਦ ਦੇ ਰਾਹੀਂ ਦਿੱਤੇ ਨੇ। ਆਓ ਅਗਲੇਰਾ ਬੰਦ ਜੋ ਸ਼ਬਦ ਦਾ ਹੈ ਆਸਾ ਕੀ ਵਾਰ ਅੰਦਰ ਇਹ ਦਰਜ ਹੈ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ, ਪਿਆਰ ਸਹਿਤ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜੋ ਪਈ ਲੋਕਾਰੀ ਜੋ
जग्यो पविता होत पुरातन तुंडत नीता। ਲੋਕ ਰਿਵਾਜ ਅਨੁਸਾਰ ਜਿਹੜਾ ਜਨੇਊ ਬਣਾਇਆ ਹੈ ਉਹ ਪੁਰਾਣਾ ਹੋ ਜਾਂਦਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹ ਟੁੱਟਦਾ ਵੀ ਰਹਿੰਦਾ ਹੈ। ਬਣਾਉਂਦੇ ਹੋ ਫਿਰ ਪਾਉਂਦੇ ਹੋ ਫਿਰ ਟੁੱਟਦਾ ਹੈ ਫਿਰ ਉਹਨੂੰ ਮਲ ਲੱਗਦੀ ਹੈ। ਇਸ ਪ੍ਰਕਾਰ ਜੋ ਸੰਸਾਰ ਦੀ ਰਹੁ ਰੀਤੀ ਹੈ ਉਸ ਮੁਤਾਬਕ ਇਹ ਜਿਹੜਾ ਜਨੇਊ ਤੁਸੀਂ ਬਣਾਇਆ ਪੰਡਤ ਜੀ ਪੁਰਾਣਾ ਵੀ ਹੁੰਦਾ ਹੈ ਟੁੱਟਦਾ ਵੀ ਰਹਿੰਦਾ ਹੈ। ਬੌਰ ਬੌਰ ਲੈ ਅਵਰ ਸੁਪਾਵਾ ਜਗ ਮਿਥਿਆ ਤਸ ਬਨਿਓ ਬਨਾਵਾ। ਇਸ ਪ੍ਰਕਾਰ ਜਿਸ ਤਰ੍ਹਾਂ ਦਾ ਝੂਠਾ ਸੰਸਾਰ ਹੈ ਨਾ, ਮਾਨੋ ਕਿ ਇਹੋ ਜਿਹਾ ਹੀ ਝੂਠਾ ਜਨੇਊ ਹੈ। ਸੰਸਾਰ ਜੋ ਦ੍ਰਿਸ਼ਟਮਾਨ ਹੈ ਉਹ ਨਾਸ਼ਵੰਤ ਹੈ। ਉਸੇ ਪ੍ਰਕਾਰ ਜੋ ਤੁਸੀਂ ਜਿਹੜਾ ਹੈ ਜਨੇਊ ਪਾਉਣ ਦਾ ਯਤਨ ਕਰ ਰਹੇ ਹੋ ਇਹ ਵੀ ਝੂਠਾ ਹੈ, ਜਿਹੜਾ ਕਿ ਕਦੇ ਵੀ ਟੁੱਟ ਸਕਦਾ ਹੈ, ਨਾਸ਼ ਹੋ ਸਕਦਾ ਹੈ। ਜੇਕਰ ਹੋਵੇ ਜੋਰ ਜਨੇਊ ਮੁਝ ਕਰ ਦੀਜੈ ਪਗਨ ਨ ਜੇਊ। ਅਸਲ ਦੇ ਵਿੱਚ ਜੇਕਰ ਜਨੇਊ ਵਿੱਚ ਕੋਈ ਤਾਕਤ ਹੋਵੇ ਤੇ ਉਹ ਕਦੀ ਵੀ ਨਾ ਟੁੱਟੇ ਤੇ ਨਾ ਮੇਰੇ ਗਲ ਜਿਹੜਾ ਹੈ ਤੁਸੀਂ ਪਾ ਦਿਓ। ਕਹਿਣ ਤੋਂ ਭਾਵ ਇਹ ਹੈ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਹੇ ਪੰਡਤ ਜੀ, ਅਸਲ ਦੇ ਵਿੱਚ ਜੋ ਪ੍ਰਸ਼ਨ ਤੁਹਾਡੇ ਅੱਗੇ ਰੱਖੇ ਗਏ ਸਨ ਉਹਨਾਂ ਦੇ ਉੱਤਰ ਤੇ ਮੈਨੂੰ ਮਿਲੇ ਨਹੀਂ ਹੈ ਤੇ ਐਵੇਂ ਤੁਸੀਂ ਜਿਹੜਾ ਹੈ ਲੋਕ ਰੀਤ ਮੁਤਾਬਕ ਕਿ ਰਹੁ ਰੀਤੀ ਚੱਲੀ ਆ ਰਹੀ ਹੈ ਲੰਮੇ ਸਮੇਂ ਤੋਂ, ਪਿਛਲੇਰੇ ਸਮੇਂ ਤੋਂ, ਇਹ ਗੱਲਾਂ ਕਹਿ ਕੇ ਮੇਰੇ ਜਿਹੜਾ ਹੈ ਪ੍ਰਸ਼ਨਾਂ ਦੇ ਉੱਤਰ ਜਿਹੜਾ ਹੈ ਉਹ ਨਹੀਂ ਮੈਨੂੰ ਮਿਲ ਰਿਹਾ। ਇਸ ਲਈ ਕੋਈ ਯਤਨ ਕਰੋ, ਚੰਗਾ ਜਿਹਾ ਕੋਈ ਜਵਾਬ ਜਿਹੜਾ ਹੈ ਮੈਨੂੰ ਦੇਣਾ ਕਰੋ। ਮਨ ਗੁਬਾਸ਼ ਕੁਬਾਸ਼ ਨਾਨਾ ਸੇ ਰਾਸ਼ੀ ਜੇਤੇ ਪਦ ਪ੍ਰਾਪਤ ਅਬਿਨਾਸ਼ੀ। ਤੁਹਾਡੇ ਕੋਲ ਜਨੇਊ ਹੈ ਕਿ ਜਿਹੜਾ ਮੇਰੇ ਮਨ ਦੀਆਂ ਸਾਰੀਆਂ ਭੈੜੀਆਂ ਵਾਸ਼ਨਾਵਾਂ ਨੂੰ ਇਹ ਨਾਸ਼ ਕਰ ਦੇਵੇ ਤੇ ਇਹਦੇ ਪਾਉਣ ਦੇ ਨਾਲ ਮੈਂ ਜਿਹੜਾ ਹੈ ਅਮਰ ਅਵਸਥਾ ਪ੍ਰਾਪਤ ਕਰ ਲਵਾਂ, ਭਾਵ ਮੌਤ ਤੋਂ ਰਹਿਤ ਹੋ ਜਾਵਾਂ। ਅਸ਼ਬਿਦ ਸ਼੍ਰੀ ਨਾਨਕ ਗਤਦਾਨੀ ਉਪਦੇਸ਼ਨ ਕੀ ਉਚਰਤ ਬਾਣੀ। ਮੁਕਤੀ ਦੇ ਦਾਤੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸ ਪ੍ਰਕਾਰ ਹੁਣ ਪਾਵਨ ਬਾਣੀ ਉਚਾਰਨ ਕਰਦੇ ਹਨ। ਬਚਨ ਬਦਤ ਵੀ ਪ੍ਰਣ ਬਰਿਆਈ ਜਾਗਿਓ ਪਵਿੱਤ ਦਿਓ ਪਹਿਰਾਈ। ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਜਦੋਂ ਇਹ ਬਚਨ ਰੱਖੇ ਨੇ ਅੱਗੇ ਤੇ ਕਈਆਂ ਨੇ ਇਤਿਹਾਸਕਾਰ ਕਹਿੰਦੇ ਜ਼ਬਰਦਸਤੀ ਵੀ ਕੀਤੀ ਹੈ। ਜ਼ਬਰਦਸਤੀ ਜਿਹੜਾ ਹੈ ਜਨੇਊ ਮਾਨੋ ਕਿ ਕਿਸੇ ਨੇ ਪਾਉਣਾ ਵੀ ਚਾਹਿਆ, ਭਾਵ ਜਿਹੜਾ ਧੱਕਾਸ਼ਾਹੀ ਕਰ ਰਹੇ ਨੇ। ਗੁਰੂ ਸਾਹਿਬ ਜੀ ਕੁਝ ਪ੍ਰਸ਼ਨ ਰੱਖ ਰਹੇ ਨੇ, ਉਹਨਾਂ ਦੇ ਤੇ ਉੱਤਰ ਹੈ ਨਹੀਂ, ਪਰ ਹੁਣ ਧੱਕੇ ਤੇ ਉਤਰ ਆਏ ਨੇ। ਹੁਣ ਜਿਹੜਾ ਹੈ ਜ਼ਬਰਦਸਤੀ ਕਰਨ ਲੱਗੇ ਹਨ। ਭੂਸ਼ਣ ਪਏ ਤਬੇ ਸੁਖ ਸਦਨਾ ਬਿਜਦਮ ਬਨ ਕੋ ਕੀਨ ਨਿਕਦਨਾ। ਅਸਲ ਦੇ ਵਿੱਚ ਸੁੱਖਾਂ ਦੇ ਦਾਤੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਹੁਣ ਚੁੱਪ ਹੋ ਗਏ ਨੇ, ਕਹਿਣ ਲੱਗੇ ਤੇ ਹੁਣ ਧੱਕੇਸ਼ਾਹੀ ਤੇ ਆ ਗਏ ਨੇ, ਜ਼ਬਰਦਸਤੀ ਕਰਨ ਲੱਗ ਪਏ ਨੇ ਤੇ ਬ੍ਰਾਹਮਣਾਂ ਦੇ ਜਿਹੜਾ ਕਪਟ ਨੂੰ ਅਸਲ ਦੇ ਵਿੱਚ ਉਹਨਾਂ ਨੇ ਨਾਸ਼ ਕਰ ਦਿੱਤਾ ਹੈ। ਭਾਵ ਜੋ ਪਖੰਡ ਫੈਲਾ ਰਹੇ ਸਨ, ਜੋ ਚੀਜ਼ ਗੁਰੂ ਸਾਹਿਬ ਜੀ ਦੇ ਅੱਗੇ ਰੱਖ ਰਹੇ ਸਨ, ਮਾਲਕ ਜੀ ਨੇ ਕੁਝ ਕੁ ਪ੍ਰਸ਼ਨ ਕਰਕੇ ਉਹਨਾਂ ਨੂੰ ਜਿਹੜਾ ਹੈ ਚੁੱਪ ਕਰਾ ਦਿੱਤਾ ਹੈ। ਤੇ ਤੁਸੀਂ ਆਪ ਸਿਆਣੇ ਹੋ, ਕਿਸੇ ਵੀ ਧਰਮ ਦੇ ਵਿੱਚ ਜੇਕਰ ਅਸਲ ਦੇ ਵਿੱਚ ਕਿਸੇ ਨੇ ਜਾਣਾ ਹੈ, ਇੱਕ ਤੇ ਜਿਵੇਂ ਕੋਈ ਧੱਕੇਸ਼ਾਹੀ ਦੇ ਨਾਲ, ਕਿਉਂਕਿ ਸਾਮ ਦਾਮ ਦੰਡ ਭੇਦ ਇਹ ਚੀਜ਼ਾਂ ਹੁੰਦੀਆਂ ਨੇ, ਕੋਈ ਪੈਸੇ ਨਾਲ ਖਰੀਦਦਾ ਹੈ ਕਿ ਸਾਡੇ ਧਰਮ ਦੇ ਵਿੱਚ ਆ ਜਾਓ। ਜਿਵੇਂ ਪੰਜਾਬ ਦੇ ਵਿੱਚ ਇਹ ਚੀਜ਼ ਅੱਜ ਬੜੀ ਚੱਲ ਰਹੀ ਹੈ, ਈਸਾਈ ਮਤ, ਪੈਸੇ ਉਹ ਵਿਖਾਉਂਦੇ ਨੇ, ਕੋਠੀਆਂ ਵਿਖਾਉਂਦੇ ਨੇ, ਇੱਥੋਂ ਤੱਕ ਕਿ ਆਪਣੀਆਂ ਬੱਚੀਆਂ ਦੇ ਆਨੰਦ ਕਾਰਜ ਵੀ ਜਿਹੜੇ ਨੇ ਕਹਿ ਲਓ, ਭਾਵ ਕਿ ਸਾਡੀ ਗਿਣਤੀ ਵੱਧ ਜਾਵੇ, ਸਾਡੇ ਧਰਮ ਦੇ ਵਿੱਚ ਆ ਜਾਣ, ਸਾਡੇ ਦਾਇਰੇ ਵਿੱਚ ਆ ਜਾਣ। ਇਹੋ ਜਿਹੇ ਯਤਨ ਉੱਥੇ ਬੜੇ ਹੋ ਰਹੇ ਨੇ, ਕਿਉਂਕਿ ਉਹ ਜੜ ਹੈ ਪੰਜਾਬ ਤੇ ਉਹ ਚਾਹੁੰਦੇ ਨੇ ਕਿ ਅਸਲ ਦੇ ਵਿੱਚ ਜੜ ਨੂੰ ਖਤਮ ਕਰ ਦਿੱਤਾ ਜਾਵੇ। ਤੇ ਕੋਈ ਜਿਹੜਾ ਹੈ ਦੰਡ ਦਿੰਦਾ ਤੇ ਦੰਡ
ਤੁਸੀਂ ਜਿਹੜਾ ਹੈ ਸਮਝਿਆ ਹੀ ਇਤਿਹਾਸ ਦੇ ਰਾਹੀਂ, ਕਿਤੇ ਚਰਖੜੀਆਂ 'ਤੇ ਚਾੜਿਆ ਜਾਂਦਾ ਹੈ, ਕਿਸੇ ਬੰਦ ਕੱਟਿਆ ਜਾਂਦਾ ਹੈ, ਕਿਤੇ ਜਿਹੜਾ ਹੈ ਆਰਿਆਂ ਦੇ ਨਾਲ ਚੀਰ ਦਿੱਤਾ ਜਾਂਦਾ ਹੈ। ਤੇ ਇਹੋ ਜਿਹੇ ਬੜੇ ਜਿਹੜਾ ਹੈ ਮੰਨੋ ਕਿ ਆਪਾਂ ਕਹਿ ਲਈਏ ਕਿ ਉਦਾਹਰਨਾਂ ਨੇ ਬੜੀਆਂ, ਕਿ ਜਿੱਥੇ ਦੰਡ ਦੇ ਕੇ ਇਹ ਜਿਹੜਾ ਹੈ ਈਨ ਬਣਵਾਉਣ ਦਾ ਯਤਨ ਕਰਨਾ ਕਿ ਤੁਸੀਂ ਸਾਡੇ ਦਾਇਰੇ ਵਿੱਚ ਆ ਜਾਓ। ਇਸੇ ਪ੍ਰਕਾਰ ਜਿਹੜਾ ਹੈ ਗੁਰੂ ਸਾਹਿਬ ਜੀ ਨੂੰ ਵੀ ਕੁਝ ਮੰਨੋ ਕਿ ਹੁਣ ਜ਼ਬਰਦਸਤੀਆਂ ਕਰ ਰਹੇ ਨੇ ਤੇ ਮਾਲਕ ਜੀ ਚੁੱਪ ਕਰ ਗਏ ਨੇ ਤੇ ਬੜੇ ਸ਼ਾਂਤ ਸੁਭਾਅ ਦੇ ਵਿੱਚ ਬੈਠੇ ਹਨ। चिन्हार क्योर परवारू सबके मन ते मिटा खबारू। ਅਸਲ ਦੇ ਵਿੱਚ ਜਿਹੜਾ ਹੈ ਦੂਸਰੇ ਪਾਸੇ ਪਰਿਵਾਰ ਵੀ ਯਤਨ ਕਰ ਰਿਹਾ ਹੈ ਤੇ ਆਪਣੇ ਆਪ ਨੂੰ ਜਿਹੜਾ ਹੈ ਉਹ ਖੁਸ਼ ਨਸੀਬ ਵੀ ਸਮਝ ਰਿਹਾ ਹੈ ਕਿ ਹਾਂ ਕਿਤੇ ਨਾ ਕਿਤੇ ਇਹ ਗੱਲ ਮੰਨ ਜਾਣ ਤੇ ਜਨੇਊ ਜਿਹੜਾ ਪਾ ਲੈਣ ਤੇ ਸਾਡੀ ਵੀ ਨੱਕ ਰਹਿ ਜਾਵੇ, ਸਾਡੀ ਵੀ ਇੱਜ਼ਤ ਰਹਿ ਜਾਵੇ ਲੋਕ ਬਰਾਦਰੀ ਦੇ ਵਿੱਚ। ਇਹੋ ਜਿਹੇ ਯਤਨ ਕਰ ਰਹੇ ਹਨ। ਬਚਨ ਸੁਣਨ ਕੀ ਦਿਜ ਹਰ ਦਿਆਲੂ ਵੱਡ ਲਾਲਚ ਬੋਲਿਓ ਤੇ ਕਾਲੂ। ਇਸ ਪ੍ਰਕਾਰ ਗੁਰੂ ਸਾਹਿਬ ਜੀ ਦੇ ਜਿਹੜਾ ਹੈ ਨਾ ਬਚਨ ਸੁਣਨ ਦੀ ਪੰਡਤ ਹਰਦਿਆਲ ਦੇ ਅੰਦਰ ਇੱਕ ਲਾਲਸਾ ਹੈ, ਇੱਛਾ ਹੈ ਤੇ ਉਹ ਚਾਹੁੰਦਾ ਹੈ ਕਿ ਗੁਰੂ ਸਾਹਿਬ ਜੀ ਹੋਰ ਵੀ ਕੁਝ ਜਿਹੜਾ ਉਪਦੇਸ਼ ਦੇਣ। ਊਚ ਕਰਮ ਤੇ ਗਿਰਾਉ ਬਾਚੀ ਵਿਦੇ ਸ਼ੁੱਧ ਕੋਏ ਸਭ ਸਾਚੀ। ਇਸ ਪ੍ਰਕਾਰ ਪੰਡਤ ਹਰਦਿਆਲ ਜੀ ਉਸ ਸਮੇਂ ਬੋਲੇ ਨੇ ਤੇ ਮਾਨੋ ਕਿ ਫਿਰ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਪਾਵਨ ਬਾਣੀ ਧੁਰ ਤੋਂ ਜਿਹੜੀ ਆਈ ਹੈ ਉਹ ਉਚਾਰਨ ਕਰਨ ਲੱਗੇ ਹਨ। ਜੋ ਜਗ ਕਾਨ ਸਿੰਖਲਾ ਸੰਗਾ ਵਰਣ ਧਰਮ ਕਰ ਸੰਕੈ ਨ ਪੰਗਾ। ਕਵੀ ਜੀ ਕਹਿੰਦੇ ਨੇ, ਕਵੀ ਸੰਤੋਖ ਸਿੰਘ ਜੀ ਕਹਿੰਦੇ ਜਿਹੜਾ ਜਗ ਜਿਹੜਾ ਹੈ ਬੇੜੀਆਂ ਦੇ ਨਾਲ ਜਕੜਿਆ ਹੋਇਆ ਹੈ, ਮਾਇਆ ਦੀਆਂ ਮੋਹ ਦੀਆਂ ਇਹਨਾਂ ਬੇੜੀਆਂ ਦੇ ਨਾਲ ਜਕੜਿਆ ਹੋਇਆ ਹੈ ਤੇ ਆ ਧਰਮ ਜਿਹੜਾ ਹੈ ਇਹ ਮੰਨੋ ਕਿ ਕਿੱਤਿਆਂ ਦੇ ਵਿੱਚ ਵੰਡਿਆ ਹੋਇਆ ਹੈ, ਵਰਨਾਂ ਦੇ ਵਿੱਚ ਵੰਡਿਆ ਹੋਇਆ ਹੈ। ਕੋਈ ਆਪਣੇ ਆਪ ਨੂੰ ਉੱਚਾ ਹਕਵਾਉਂਦਾ ਹੈ, ਉਹੀ ਉੱਚਾ ਦੂਸਰੇ ਨੂੰ ਕਹਿੰਦਾ ਇਹ ਨੀਵਾਂ ਹੈ, ਸ਼ੂਦਰ ਹੈ। ਇਹੋ ਜਿਹੀਆਂ ਸ਼੍ਰੇਣੀਆਂ ਜਿਹੜੀਆਂ ਨੇ ਤੇ ਇਹਨਾਂ ਤੋਂ ਮੁਕਤ ਕਰਾਉਣ ਵਾਸਤੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੰਸਾਰ ਤੇ ਆਏ ਹਨ। ਖੁਦ ਨਿਜ ਮਤ ਕੋ ਜਗ ਉਪਵੀਤਾ ਉਚਰ ਬਚਨ ਜੋ ਹੋਤ ਪੁਨੀਤਾ। ਇਸ ਪ੍ਰਕਾਰ ਅਸਲ ਦੇ ਵਿੱਚ ਪੰਡਤ ਹਰਦਿਆਲ ਜੀ ਕਹਿੰਦੇ ਨੇ ਗੁਰੂ ਸਾਹਿਬ ਜੀ ਕੋਈ ਕਿਰਪਾ ਕਰੋ, ਤੁਸੀਂ ਜਿਹੜਾ ਹੈ ਬਚਨ ਉਚਾਰਨ ਕਰੋ ਕਿ ਹੋਰ ਵੀ ਸਾਨੂੰ ਜਨੇਊ ਬਾਰੇ ਕੁਝ ਨਾ ਕੁਝ ਦੱਸੋ। ਸੁਨੇ ਸਭੇ ਦਿਜ ਬਾਹਜ ਗਿਆਤੀ ਜੋ ਅਟੂਟ ਰਹਿ ਸਦਾ ਸੰਗਾਤੀ। ਅਸਲ ਦੇ ਵਿੱਚ ਜਿਨ੍ਹਾਂ ਨੂੰ ਸਾਰੇ ਬ੍ਰਾਹਮਣ ਖੱਤਰੀ ਸੰਬੰਧੀ ਜਿਹੜਾ ਹੈ ਸੁਣ ਸਕਣ ਤੇ ਜਿਹੜਾ ਅਜਿਹਾ ਜਿਹੜਾ ਜਨੇਊ ਹੈ ਨਾ ਕਿ ਜਿਹੜਾ ਕਦੀ ਵੀ ਨਹੀਂ ਟੁੱਟਦਾ, ਹਮੇਸ਼ਾ ਨਾਲ ਰਹਿੰਦਾ ਹੈ, ਉਸ ਬਾਰੇ ਸਾਨੂੰ ਸਮਝਾਉਣਾ ਕਰੋ। ਸੁਨਤ ਸੋਨ ਅਰਬਿੰਦ ਬਿਲੋਚਨ ਬੋਲੇ ਬਾਣੀ ਬੰਦ ਵਿਮੋਚਨ। ਆਪਣੇ ਕੰਨਾਂ ਦੇ ਨਾਲ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਪੰਡਤ ਹਰਦਿਆਲ ਦੀ ਗੱਲ ਸੁਣੀ ਹੈ ਤੇ ਗੁਰੂ ਸਾਹਿਬ ਜੀ ਫਿਰ ਬੰਧਨਾਂ ਤੋਂ ਮੁਕਤ ਕਰਨ ਵਾਲੇ, ਮੁਕਤੀ ਦੇ ਦਾਤੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ ਹੈ। ਸ੍ਰੀ ਮੁਖਵਾਕ ਮਹਿਲਾ ਪਹਿਲਾ ਨਾਏ ਮੰਨੀਏ ਪਤਿ ਉਪਜੈ ਸਾਲਾਹੀ ਸਚ ਸੂਤ ਦਰਗਾਹ ਅੰਦਰ ਪਾਈਐ ਤਗ ਨ ਟੂਟਸ ਪੂਤ। ਇਹ ਸ਼ਬਦ ਦੀਆਂ ਜੋ ਪੰਕਤੀਆਂ ਨੇ ਪਾਵਨ ਅੰਗ 471 ਤੇ ਸੁਭਾਏਮਾਨ ਨੇ। ਆਸਾ ਕੀ ਵਾਰ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨਾਮ ਤੇ ਭਰੋਸਾ ਲਿਆਉਣ ਨਾਲ ਇੱਜ਼ਤ ਪੈਦਾ ਹੁੰਦੀ ਹੈ। ਜੇ ਚਾਹੁੰਦੇ ਜੋ ਨਾ ਸੰਸਾਰ ਅੰਦਰ ਰਿਸਪੈਕਟ ਹੋਵੇ, ਇੱਜ਼ਤ ਹੋਵੇ ਤੇ ਜ਼ੁਬਾਨ ਤੋਂ ਵਾਹਿਗੁਰੂ ਵਾਹਿਗੁਰੂ ਜਪਣਾ ਸ਼ੁਰੂ ਕਰ ਦਿਓ, ਕਿਉਂਕਿ ਮਨੁੱਖ ਦਾ ਯਤਨ ਇਹੀ ਹੈ ਕਿ ਲੋਕ ਦੇ ਵਿੱਚ ਜਿਹੜਾ ਹੈ ਨਾ, ਇਸ ਸੰਸਾਰ ਦੇ ਵਿੱਚ ਮੇਰੀ ਵਾਹ ਵਾਹ ਹੋਵੇ। ਇਹਦੇ ਲਈ ਪਤਾ ਨਹੀਂ ਕਿਹੜੇ ਕਿਹੜੇ ਕਦਮ ਚੁੱਕਦਾ ਰਹਿੰਦਾ ਹੈ। ਗੁਰੂ ਸਾਹਿਬ ਜੀ ਨੇ ਸੌਖੀ ਗੱਲ ਸਮਝਾਈ ਹੈ ਪਾਵਨ ਬਾਣੀ ਦੇ ਲਈ। ਕਹਿੰਦੇ ਜੇਕਰ ਤੂੰ ਵਾਹ ਵਾਹ ਖੱਟਣਾ ਚਾਹੁੰਦਾ ਹੈ ਨਾ ਸੰਸਾਰ ਦੇ ਅੰਦਰ, ਕੁਝ ਨਹੀਂ ਕਰਨਾ, ਬਸ ਇੱਕ ਹਉਮੈ ਨੂੰ ਛੱਡ ਦੇ, ਸੰਸਾਰ ਦੇ ਅੰਦਰ ਤੇਰੀ ਵਾਹ ਵਾਹ ਆਪੇ ਹੋ ਜਾਏਗੀ।
ਇਹ ਬਚਨ ਸੁਖਮਨੀ ਸਾਹਿਬ ਦੇ ਨੇ। ਗੁਰੂ ਸਾਹਿਬ ਜੀ ਕਹਿੰਦੇ ਜੇ ਕੋ ਆਪਣੀ ਸ਼ੋਭਾ ਲੋ ਰਹੇ, ਜੇ ਚਾਹੁੰਦਾ ਹੈ ਨਾ ਕਿ ਮੇਰੀ ਸ਼ੋਭਾ ਹੋਵੇ, ਵਡਿਆਈ ਹੋਵੇ ਸੰਸਾਰ ਦੇ ਅੰਦਰ, ਤੇ ਪੰਚਮ ਪਾਤਸ਼ਾਹ ਜੀ ਕਹਿੰਦੇ ਸਾਧ ਸੰਗ ਇਹ ਹਉਮੈ ਸ਼ੋਰ ਹੈ। ਗੁਰੂ ਕੀ ਸੰਗਤ ਦੇ ਵਿੱਚ ਆ ਕੇ ਮੈਂ ਮੇਰੀ ਨੂੰ ਖਤਮ ਕਰ ਲਵੇ ਮਨੁੱਖ, ਤੇ ਉਹ ਹੀ ਖਤਮ ਕਰਨੀ ਬੜੀ ਔਖੀ ਹੈ। ਤੇ ਜਿਨ੍ਹਾਂ ਨੇ ਕਰ ਲਈ ਹੈ, ਜਿਹੜੇ ਧੂੜ ਬਣ ਗਏ ਨੇ, ਨਿਮਰਤਾ ਦੇ ਵਿੱਚ ਆ ਗਏ ਨੇ, ਉਹਨਾਂ ਨੂੰ ਫਿਰ ਜਿਹੜਾ ਹੈ ਸੰਸਾਰ ਦੇ ਅੰਦਰ ਆਪਣੀ ਪ੍ਰਸਿੱਧੀ ਯਤਨ ਨਹੀਂ ਉਹ ਕਰਦੇ, ਆਪਣੇ ਆਪ ਹੀ ਸੰਸਾਰ ਉਹਨਾਂ ਦੀ ਕਹਿ ਲਓ ਕਿ ਚਰਨ ਧੂੜ ਪ੍ਰਾਪਤ ਕਰਦਾ ਹੈ। ਉਹਨਾਂ ਦੇ ਅੱਗੇ ਕਹਿ ਲਓ ਕਿ ਰਿਸਪੈਕਟ ਵਜੋਂ ਨਤਮਸਤਕ ਵੀ ਹੁੰਦਾ ਹੈ। ਪਰਮਾਤਮਾ ਗੁਰੂ ਫਿਰ ਉਹਨਾਂ ਅੱਗੇ ਜਿਹੜਾ ਹੈ ਲੋਕ ਨੂੰ, ਸੰਸਾਰ ਨੂੰ ਝੁਕਾ ਦਿੰਦਾ ਹੈ। ਜਿਹੜੇ ਆਪਣੇ ਅੰਦਰ ਤੋਂ ਗੁਰੂ ਪਰਮਾਤਮਾ ਅੱਗੇ ਝੁਕ ਗਏ। ਸੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਵਾਹਿਗੁਰੂ ਦੇ ਨਾਮ ਤੇ ਭਰੋਸਾ ਰੱਖਣ ਨਾਲ ਜਿਹੜਾ ਇੱਜ਼ਤ ਪੈਦਾ ਹੁੰਦੀ ਹੈ, ਤੇ ਪਰਮਾਤਮਾ ਦੀ ਸਿਫਤ ਸਲਾਹ ਹੀ ਜਿਹੜਾ ਹੈ ਨਾ ਇਹ ਸੱਚਾ ਜਨੇਊ ਹੈ। ਜੋ ਕਈ ਜਿਨੇ ਅਸ ਪਾਇਓ ਜਗ ਉਪਵੀਤਾ, ਸੋ ਸਭ ਥਾਨ ਵਿਖੇ ਨਿਰਭੀਤਾ। ਅਸਲ ਦੇ ਵਿੱਚ ਜਿਨ੍ਹਾਂ ਨੇ ਅਜਿਹਾ ਜਨੇਊ ਪਾਇਆ ਹੈ ਨਾ, ਉਹ ਫਿਰ ਜਿੱਥੇ ਵੀ ਜਾਂਦੇ ਨੇ ਨਿਰਭੈ ਹੋ ਕੇ ਵਿਚਰਦੇ ਨੇ। ਉਹਨਾਂ ਅੰਦਰ ਡਰ ਨਹੀਂ ਹੁੰਦਾ, ਫਿਰ ਉਹ ਡਰ ਤੋਂ ਰਹਿਤ ਹੋ ਜਾਂਦੇ ਨੇ, ਤੇ ਡਰ ਤੋਂ ਰਹਿਤ ਹੋ ਕੇ ਸੰਸਾਰ ਦੇ ਵਿੱਚ ਵਿਚਰਦੇ ਨੇ, ਕਿਉਂਕਿ ਉਹਨਾਂ ਨੇ ਪਵਿੱਤਰ ਇਹੋ ਜਿਹਾ ਜਨੇਊ ਆਪਣੇ ਹਿਰਦੇ ਰੂਪ ਗਲ ਦੇ ਵਿੱਚ ਪਾ ਲਿਆ ਹੁੰਦਾ, ਜਿਹੜਾ ਟੁੱਟਦਾ ਹੀ ਨਹੀਂ, ਕਦੀ ਨਾਸ਼ ਹੀ ਨਹੀਂ ਹੁੰਦਾ। ਜਾਂ ਜਾਏ ਤੇ ਆਦਰ ਪਾਵਾ, ਸਭ ਸ਼ੋਭਾ ਸੰਯੁਤ ਜਸ ਛਾਵਾ। ਇਸ ਪ੍ਰਕਾਰ ਉਹ ਜਿੱਥੇ ਵੀ ਜਾਂਦੇ ਨੇ ਉੱਥੇ ਸ਼ੋਭਾ ਦਾ ਜਸ ਛਾ ਜਾਂਦਾ ਹੈ। ਹਰ ਕੋਈ ਉਹਨਾਂ ਦੀ ਵਡਿਆਈ ਕਰਦਾ ਹੈ, ਸ਼ੋਭਾ ਕਰਦਾ ਹੈ। ਭਗਨ ਨਾ ਹੋਏ ਸੰਗ ਰਹਿ ਸੋ, ਭਾਗ ਜਗੇ ਤੇ ਪਹਿਰੇ ਕੋ। ਇਹ ਜਨੇਊ ਕਦੇ ਟੁੱਟਦਾ ਨਹੀਂ, ਸਾਥ ਹੀ ਰਹਿੰਦਾ ਹੈ, ਤੇ ਜਿਹਦੇ ਭਾਗ ਜਾਗਦੇ ਨੇ ਉਹ ਹੀ ਆਪਣੇ ਹਿਰਦੇ ਰੂਪ ਗਲ ਦੇ ਵਿੱਚ ਪਾਉਂਦਾ ਹੈ। ਕਾਮ ਕ੍ਰੋਧ ਮਨ ਕੀਨ ਮਲੀਨਾ, ਸਿਮਰ ਨਾਮ ਕੋ ਜਿਨ ਸੁਚ ਕੀਨਾ। ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕੀਤਾ ਹੈ ਨਾ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਕਾਮ ਤੇ ਕ੍ਰੋਧ ਨੇ ਮਾਨੋ ਕਿ ਜਿਹੜਾ ਹੈ ਜੋ ਡੇਰੇ ਅੰਦਰ ਲਾਏ ਹੋਏ ਸਨ, ਮੈਲ ਇੱਕ ਪੈਦਾ ਕੀਤੀ ਹੋਈ ਸੀ, ਉਹ ਮੈਲ ਦਾ ਨਾਸ਼ ਹੋ ਜਾਂਦਾ ਹੈ, ਉਹ ਜੀਵ ਪਵਿੱਤਰ ਹੋ ਜਾਂਦੇ ਹਨ। ਤਿਨੇ ਉਚਿਤ ਜਗ ਉਪਵੀਤਾ, ਲੋਕ ਕਾਨਿਤ ਸੋ ਵਿਪਰੀਤਾ। ਉਹਨਾਂ ਵਾਸਤੇ ਇਹ ਜਨੇਊ ਯੋਗ ਹੈ, ਠੀਕ ਹੈ। ਜਿਹੜੇ ਲੋਕ ਜਿਹੜਾ ਹੈ ਅਸਲ ਦੇ ਵਿੱਚ ਪਰਮਾਤਮਾ ਤੋਂ ਉਲਟ ਨੇ, ਅਕਾਲ ਪੁਰਖ ਦੀ ਭਗਤੀ। ਪੰਡਤ ਜੀ ਜੋ ਤੁਸੀਂ ਇਹ ਦ੍ਰਿੜ ਕਰਵਾ ਰਹੇ ਹੋ ਜਾਂ ਫਿਰ ਪਾ ਰਹੇ ਜੋ, ਇਹ ਤੇ ਉਹਨਾਂ ਵਾਸਤੇ ਹੈ ਜਿਹੜੇ ਰੱਬ ਦੀ ਭਗਤੀ ਨਹੀਂ ਕਰਦੇ। ਕਹਿ ਲਓ ਕਿ ਨਾਸ਼ਵੰਤ ਸੰਸਾਰ ਹੈ, ਉਹਨਾਂ ਵਾਸਤੇ ਨਾਸ਼ਵੰਤ ਚਿਹਨ ਹੈ, ਤੇ ਜਿਹੜੇ ਸੱਚੀ ਸੁੱਚੀ ਭਗਤੀ ਕਰਦੇ ਉਹਨੇ ਉਹਨਾਂ ਦੇ ਵਾਸਤੇ ਰੱਬੀ ਸਿਫਤ ਸਲਾਹ ਹੀ ਜਨੇਊ ਹੈ। ਸੁਨਿ ਹਰਿ ਧਿਆਨ ਸੋ ਅਸ ਉਪਦੇਸ਼ਾ, ਹਿਰਦੈ ਧਾਰ ਲੈ ਲਖ ਸੰਗ ਤੇਸ਼ਾ। ਗੁਰੂ ਜੀ ਦੇ ਇਹ ਉਪਦੇਸ਼ ਸੁਣ ਕੇ ਪੰਡਿਤ ਹਰਦਿਆਲ ਜੀ ਗੁਰੂ ਸਾਹਿਬ ਜੀ ਵੱਲ ਵੇਖ ਕੇ ਹੁਣ ਜਿਹੜਾ ਉਹਨਾਂ ਦੇ ਦਰਸ਼ਨ ਕਰਕੇ ਅੰਦਰੋਂ ਅੰਦਰੀ ਬੜਾ ਖੁਸ਼ ਹੋ ਰਹੇ ਨੇ, ਪ੍ਰਸੰਨ ਹੋ ਰਹੇ ਹਨ। ਵਨ ਤਨ ਪੁਨ ਤਨ ਵਖਾਨੈ, ਆਪਨ ਗਤ ਤੁਮ ਆਪੈ ਜਾਣੈ। ਧੰਨ ਧੰਨ ਫਿਰ ਧੰਨ ਕਿਹਾ ਗੁਰੂ ਸਾਹਿਬ ਜੀ ਨੂੰ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਕਹਿੰਦੇ ਨੇ ਧੰਨ ਹੋ ਤੁਸੀਂ, ਆਪਣੀ ਗਤ ਤੁਸੀਂ ਆਪ ਹੀ ਜਾਣਦੇ ਹੋ, ਤੁਹਾਡੀ ਮਹਿਮਾ ਹੋਰ ਕੋਈ ਨਹੀਂ ਜਾਣਦਾ। ਅਵਰ ਨ ਕਾਹੂ ਤੇ ਮਹਿਮਾ ਜਾਣੀ, ਇਕ ਪ੍ਰੋਹਤ ਪਾਹਤ ਅਭਿਮਾਨੀ। ਅਸਲ ਦੇ ਵਿੱਚ ਤੁਸੀਂ ਇੱਕ ਪ੍ਰੋਹਤ ਦੇ ਘਮੰਡ ਦਾ ਨਾਸ਼ ਕਰਨ ਵਾਲੇ ਹੋ, ਸਿੱਧੇ ਰਸਤੇ ਪਾਉਣ ਵਾਲੇ ਹੋ। ਜੈ ਪਰ ਕਰੇ ਕਰ ਕਰਨਾ, ਤਾਹੂ ਕੋ ਹਰੀ ਪਵ ਮਰਨਾ। ਇਸ ਪ੍ਰਕਾਰ ਜਿਸ ਉੱਤੇ ਤੁਸੀਂ ਜਿਹੜਾ ਹੈ ਨਾ ਆਪਣੀ ਦਇਆ ਦ੍ਰਿਸ਼ਟੀ ਪਾ ਦਿੰਦੇ ਹੋ, ਕਿਰਪਾ ਕਰ ਦਿੰਦੇ ਹੋ, ਉਹਨਾਂ ਦਾ ਜਨਮ ਮਰਨ ਕੱਟਿਆ ਜਾਂਦਾ ਹੈ। ਐਚਿਨ ਕਾਲੂ ਬਚ
बचने उचारा आह भोजन पा सगरो त्यारा। ਇਸ ਪ੍ਰਕਾਰ ਬਾਬਾ ਮਹਿਤਾ ਕਾਲੂ ਜੀ ਨੇ ਬਚਨ ਕਹੇ ਨੇ ਕਿ ਹੁਣ ਭੋਜਨ ਤਿਆਰ ਨੇ, ਪ੍ਰੋਹਿਤ ਜੀ ਛਕਣਾ ਕਰੋ। निज झूठो पांत बैसाओ तज बिलंब निज भोजन खावो। ਫਿਰ ਜਿਹੜਾ ਹੈ ਪੰਡਤ ਜੀ ਉੱਠੇ ਨੇ ਤੇ ਫਿਰ ਬਾਬਾ ਮਹਿਤਾ ਕਾਲੂ ਜੀ ਨੇ ਕਿਹਾ ਉੱਠੋ, ਪੰਗਤ ਦੇ ਵਿੱਚ ਬੈਠੋ, ਦੇਰੀ ਛੱਡ ਕੇ ਆਪਣਾ ਜਿਹੜਾ ਹੈ ਤੁਸੀਂ ਤਤਛਿਨ ਭੋਜਨ ਛਕਣਾ ਕਰੋ। सुन सब द्विज उठ चीरी उतारे कर पंकत बैसे एक सारे। ਇਹ ਸੁਣ ਕੇ ਫਿਰ ਸਾਰੇ ਬ੍ਰਾਹਮਣ ਇੱਕ ਪੰਕਤੀ ਵਿੱਚ ਬੈਠ ਗਏ, ਇਕਸਾਰ ਹੋ ਕੇ ਬੈਠ ਗਏ ਹਨ। छत्री सब मुलाय निज ज्ञाति बन बैठे सो पात सुहाती। ਜਿਹੜੇ ਹੋਰ ਵੀ ਸਾਕ ਸੰਬੰਧੀ ਆਏ ਸਨ, ਖੱਤਰੀ ਆਦਿਕ ਜਿਹੜਾ ਹੈ, ਸਾਰੇ ਪੰਕਤ ਦੇ ਵਿੱਚ ਸੋਹਣੀ ਜਿਹੜਾ ਹੈ ਸਭਾ ਕਹਿ ਲੋ ਕਿ ਕਤਾਰ ਦੇ ਨਾਲ ਬੈਠ ਗਏ ਹਨ। अनेक पात पात्रन कर आगे सुपकार सब पर सन लागे। ਅਸਲ ਦੇ ਵਿੱਚ ਫਿਰ ਕਈ ਪ੍ਰਕਾਰ ਦੇ ਜਿਹੜਾ ਜੋ ਭੋਜਨ ਤਿਆਰ ਕੀਤੇ ਸਨ ਉਹ ਲਿਆਂਦੇ ਗਏ ਤੇ ਅਨੇਕ ਪ੍ਰਕਾਰ ਦੀਆਂ ਪਤਲਾਂ ਅੱਗੇ ਰੱਖੀਆਂ ਗਈਆਂ। ਫਿਰ ਲਾਂਗਰੀ ਜਿਹੜੇ ਨੇ ਉਹ ਫਿਰ ਹੁਣ ਭੋਜਨ ਪਰੋਸਣ ਲੱਗੇ ਹਨ। पाए सुसिता कृत विद संगा सबद परोस गिफ्तांगे उमंगा। ਇਸ ਪ੍ਰਕਾਰ ਖੀਰ, ਖੰਡ, ਘਿਓ ਆਦਿਕ ਜਿਹੜਾ ਹੈ ਬੜੇ ਉਤਸ਼ਾਹ ਦੇ ਨਾਲ ਪਰੋਸ ਰਹੇ ਹਨ। सूखा में ओदन भरे पकोरे मरच त्याग तने सुबिदद में बेगोरे। ਹੁਣ ਜੋ ਉੱਥੇ ਲੰਗਰ ਪ੍ਰਸ਼ਾਦ ਬਣਿਆ ਸੀ ਤੇ ਉਹਦਾ ਜ਼ਿਕਰ ਕਰ ਰਹੇ ਨੇ ਕਵੀ ਜੀ ਕਿ ਅਸਲ ਦੇ ਵਿੱਚ ਬਰੀਕ ਚਾਵਲ, ਪਕੌੜੇ ਆਦਿਕ ਮਿਰਚਾਂ ਜਿਹੜੀਆਂ ਨੇ ਕਹਿ ਲਓ ਕਿ 36 ਪ੍ਰਕਾਰ ਦਾ ਭੋਜਨ ਜੋ ਬਣਿਆ ਸੀ ਉਹ ਪਰੋਸਿਆ ਗਿਆ। सूप बनी बरियान के प्रकारा खान पुरा हरि नाम उचारा। ਇਸ ਪ੍ਰਕਾਰ ਅਨੇਕ ਪ੍ਰਕਾਰ ਦੇ ਭੋਜਨ ਪਕਵਾਨ ਬਣੇ ਨੇ ਤੇ ਖਾਣ ਤੋਂ ਪਹਿਲਾਂ ਸਾਰਿਆਂ ਨੇ ਰੱਬ ਦਾ ਨਾਮ ਲਿਆ। स्वाद संग सब अचवन कीनो पुन पुन वारे कीन चबीनो। ਇਸ ਪ੍ਰਕਾਰ ਫਿਰ ਸਾਰਿਆਂ ਨੇ ਬੜੇ ਸਵਾਦ ਦੇ ਨਾਲ ਭੋਜਨ ਚਖਿਆ ਹੈ। दीन दक्षिणा द्विज सन माने बाउर बिसर जन होए प्याने। ਇਸ ਪ੍ਰਕਾਰ ਬਾਬਾ ਮਹਿਤਾ ਕਾਲੂ ਜੀ ਨੇ ਸਤਿਕਾਰ ਵਜੋਂ ਫਿਰ ਕੁਝ ਦਕਸ਼ਿਣਾ ਵੀ ਦਿੱਤੀ ਹੈ। ਇਹ ਸਾਰਾ ਪ੍ਰਾਪਤ ਕਰਕੇ ਫਿਰ ਵਿਦਾਇਗੀ ਵੀ ਦਿੱਤੀ। द्विज हर दयाल चैत सो पावा नाम लगी लिव प्रेम छावा। ਕਵੀ ਜੀ ਕਹਿੰਦੇ ਪੰਡਿਤ ਹਰਦਿਆਲ ਜੀ ਜੋ ਚਾਹੁੰਦੇ ਸਨ ਉਹ ਉਹਨਾਂ ਨੂੰ ਪ੍ਰਾਪਤ ਹੋ ਗਿਆ ਹੈ, ਉਹਨਾਂ ਦੀ ਨਾਮ ਨਾਲ ਲਿਵ ਜੁੜ ਗਈ ਹੈ। ਰੱਬ ਦੇ ਪ੍ਰੇਮ ਦਾ ਆਸਰਾ ਗੁਰੂ ਦੇ ਰਾਹੀਂ ਉਹਨਾਂ ਨੂੰ ਮਿਲ ਗਿਆ ਹੈ। जग उपवीत पावनी गाथा सुने सुनावे जो हित साथा। ਅਸਲ ਦੇ ਵਿੱਚ ਇਹ ਜਨੇਊ ਪਾਉਣ ਦੀ ਆ ਜੋ ਰਸਮ ਸੀ, ਕਵੀ ਜੀ ਕਹਿੰਦੇ ਨੇ ਜਿਹੜਾ ਵੀ ਪਿਆਰ ਦੇ ਨਾਲ ਸੁਣੇਗਾ ਜਾਂ ਸੁਣਾਵੇਗਾ भगन जन को दोख न लागे पुण्य श्री गुरु के पग अनुराग। ਅਸਲ ਦੇ ਵਿੱਚ ਗੁਰੂ ਚਰਨਾਂ ਦੇ ਨਾਲ ਉਹਨਾਂ ਦੀ ਪ੍ਰੀਤ ਜੁੜੇਗੀ ਤੇ ਦੁੱਖਾਂ, ਰੋਗਾਂ, ਵਿਘਨਾਂ ਦਾ ਨਾਸ਼ ਹੋਵੇਗਾ। गोरा ज्ञाति क्षत्रिय पर जे विप्र जे द्रोता साथ पुस्तक उचरत सदन गे जो गुर दीना नाथ। ਇਸ ਪ੍ਰਕਾਰ ਨਿੱਜੀ ਸੰਬੰਧੀ ਜਿਹੜੇ ਸਾਖ, ਰਿਸ਼ਤੇਦਾਰ ਆਦਿਕ ਆਏ ਸਨ ਤੇ ਸਾਰਿਆਂ ਨੇ ਜਿਹੜਾ ਹੈ ਗੁਰੂ ਸਾਹਿਬ ਜੀ ਦੀ ਉਸਤਤ ਵੀ ਕੀਤੀ ਹੈ। ਕਈ ਸੜੇ ਭੁਜੇ ਵੀ ਨੇ ਅੰਦਰੋਂ ਅੰਦਰੀ ਕਿ ਕੀ ਹੋ ਗਿਆ। ਇਸ ਪ੍ਰਕਾਰ ਇਸ ਅਧਿਆਏ ਦੇ ਵਿੱਚ ਜੋ ਰਸਮ ਪੁਰੋਹਿਤਾਂ ਵੱਲੋਂ ਕੀਤੀ ਗਈ, ਕਈਆਂ ਨੇ ਜ਼ੋਰ ਜ਼ਬਰਦਸਤੀ ਵੀ ਕੀਤੀ, ਪਰ ਗੁਰੂ ਸਾਹਿਬ ਜੀ ਨੇ ਸੱਚੇ ਜਨੇਊ ਦੀ ਜਿਹੜਾ ਹੈ ਨਾ ਗੱਲ ਕਰਦਿਆਂ ਹੋਇਆਂ ਇਹ ਜ਼ੋਰਦਾਰ ਲਫ਼ਜ਼ ਜਿਹੜੇ ਉਹਨਾਂ ਨੂੰ ਕਹੇ ਨੇ ਕਿ ਜੇ ਆਹ ਚੀਜ਼ ਹੈ ਤਾਂ ਪਾ ਦਿਓ। ਇੱਥੋਂ ਤੱਕ
ਕਈ ਵਿਦਵਾਨਾਂ ਨੇ ਇਹ ਵੀ ਜ਼ਿਕਰ ਕੀਤਾ ਹੈ, ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਮੈਂ ਇੰਨੇ ਸਾਲ ਦਾ ਹੋ ਗਿਆ ਅਤੇ ਅੱਜ ਤੱਕ ਮੈਂ ਆਪਣੀ ਮਾਂ ਜਾਂ ਆਪਣੀ ਵੱਡੀ ਭੈਣ ਦੇ ਗਲ ਦੇ ਵਿੱਚ ਇਹ ਜਿਹੜਾ ਹੈ ਜਨੇਊ ਨਹੀਂ ਵੇਖਿਆ। ਅਤੇ ਫਿਰ ਪੁਰੋਹਿਤਾਂ ਵੱਲੋਂ, ਬ੍ਰਾਹਮਣਾਂ ਵੱਲੋਂ ਇਹ ਜ਼ਿਕਰ ਕੀਤਾ ਗਿਆ ਕਿ ਇਹ ਇਸਤਰੀਆਂ ਵਾਸਤੇ ਨਹੀਂ ਹੁੰਦਾ, ਕਿਉਂਕਿ ਇਸਤਰੀ ਨੀਵੀਂ ਜ਼ਾਤ ਹੈ, ਸ਼ੂਦਰਾਂ ਦੇ ਵਿੱਚ ਗਿਣੀ ਜਾਂਦੀ ਹੈ। ਅਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਕਿ ਬੜੇ ਸਿਆਣੇ ਹੋ, ਜਿਹਦੀ ਕੁੱਖ 'ਚੋਂ ਪੈਦਾ ਹੋਏ ਹੋ ਉਹਨਾਂ ਨੂੰ ਹੀ ਤੁਸੀਂ ਜਿਹੜਾ ਨੀਵਾਂ ਗਿਣਦੇ ਹੋ, ਇਹ ਕਿੱਥੋਂ ਦੀ ਵਿਦਵਤਾ ਹੈ, ਇਹ ਕਿੱਥੋਂ ਦਾ ਗਿਆਨ ਹੈ, ਤੁਹਾਨੂੰ ਇਹ ਗਿਆਨ ਦਿੱਤਾ ਕਿਹਨੇ? ਕਿਉਂਕਿ ਆਪ ਸਿਆਣੇ ਹੋ। ਜਿਸ ਕੁੱਖ ਦੇ ਵਿੱਚੋਂ ਪੈਦਾ ਹੋਇਆ ਹੈ ਮਨੁੱਖ, ਉਸੇ ਕੁੱਖ ਨੂੰ ਜੇਕਰ ਕਵੇ ਕਿ ਨੀਵਾਂ ਹੈ ਤੇ ਇਹਦਾ ਭਾਵ ਕਿ ਉਹ ਆਪਣੇ ਆਪ ਨੂੰ ਨੀਵਾਂ ਕਹਿ ਰਿਹਾ ਹੈ, ਉਸ ਕੁੱਖ ਦਾ ਕਸੂਰ ਨਹੀਂ ਹੈ। ਅਤੇ ਇਹ ਚੀਜ਼ ਹੈ ਮਨੁ ਸਿਮਰਤੀ ਅੰਦਰ ਵੀ ਹੈ, 27 ਸਿਮਰਤੀਆਂ ਦੇ ਵਿੱਚੋਂ ਪੜ੍ਹਿਓ, ਉੱਥੇ ਤਾਂ ਬਹੁਤ ਇਹੋ ਜਿਹਾ ਵੀ ਲਿਖਿਆ ਹੋਇਆ ਕਿ ਜੋ ਬਿਆਨ ਕਰਨ ਤੋਂ ਵੀ ਪਰੇ ਹੈ। ਇਸ ਲਈ ਜਿਹੜਾ ਹੈ ਜੋ ਸੋਰਸਾਂ ਦੇ ਵਿੱਚ, ਜੋ ਲਿਖਤਾਂ ਦੇ ਵਿੱਚ ਲਿਖਿਆ ਹੋਇਆ ਹੈ, ਕਿਉਂਕਿ ਹਰ ਇੱਕ ਧਰਮ ਨੇ ਇਸਤਰੀ ਨੂੰ ਜਿਹੜਾ ਹੈ ਚੰਗਾ ਨਹੀਂ ਗਿਣਿਆ ਹੈ। ਕਿਸੇ ਨੇ ਕਿਹਾ ਘਰ ਛੱਡ ਦਿਓ, ਇਸਤਰੀ ਛੱਡ ਦਿਓ, ਕੋਈ ਜ਼ਰੂਰਤ ਨਹੀਂ। ਕਿਸੇ ਨੇ ਜਿਹੜਾ ਹੈ ਪੈਰ ਦੀ ਜੁੱਤੀ ਸਮਝਿਆ, ਅਤੇ ਤੁਲਸੀਦਾਸ ਵਰਗਿਆਂ ਨੇ ਤੇ ਬਹੁਤ ਵੱਡੇ ਬਚਨ ਕਹਿ ਦਿੱਤੇ ਨੇ। ਕਹਿਣ ਲੱਗੇ ਇੱਕ ਤੇ ਗਵਾਰ ਹੈ, ਜਾਨਵਰਾਂ ਦੇ ਨਾਲ ਤੁਲਨਾ ਦਿੱਤੀ ਹੈ। ਹੁਣ ਕਿਸੇ ਨੇ ਜੇਕਰ ਕਿਸੇ ਨੂੰ ਪ੍ਰਸ਼ਨ ਕੀਤਾ ਕਿ ਇਹਦਾ ਕੀ ਭਾਵ ਹੁੰਦਾ ਹੈ ਜੀ, ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਫਿਰ ਅਰਥ ਕਰਕੇ ਉਹਨਾਂ ਨੂੰ ਸੰਤੁਸ਼ਟ ਕਰਾ ਦਿੱਤਾ। ਨਹੀਂ, ਇੱਦਾਂ ਨਹੀਂ ਕਿਹਾ ਜੀ, ਇੱਦਾਂ ਕਿਹਾ ਹੈ। ਪਰ ਲਿਖਤਾਂ ਜਿਹੜੀਆਂ ਨੇ, ਜੋ ਅਸਲ ਦੇ ਵਿੱਚ ਵਿਦਵਾਨਾਂ ਨੇ, ਸਿਆਣਿਆਂ ਨੇ ਅਰਥ ਕੀਤੇ ਨੇ, ਉਸ ਮੁਤਾਬਕ ਜਿਹੜਾ ਹੈ ਇਸਤਰੀ ਨੂੰ ਬਹੁਤ ਥੱਲੇ ਲਿਆਂਦਾ ਗਿਆ। ਅਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਇੱਦਾਂ ਨਾ ਕਹੋ, ਕਿਉਂਕਿ ਸੋ ਕਿਉਂ ਮੰਦਾ ਆਖੀ ਹੈ ਜਿਤ ਜੰਮੈ ਰਾਜਾਨ। ਜਿਸ ਕੁੱਖ ਦੇ ਵਿੱਚੋਂ ਰਾਜੇ ਮਹਾਰਾਜੇ ਜੰਮਦੇ ਨੇ, ਪੈਦਾ ਹੁੰਦੇ ਨੇ, ਉਸੇ ਕੁੱਖ ਨੂੰ ਤੁਸੀਂ ਕਹਿੰਦੇ ਹੋ ਸ਼ੂਦਰ ਹੈ, ਇਹ ਨੀਵੀਂ ਜਾਤ ਹੈ। ਅਤੇ ਤੁਸੀਂ ਜਿਹੜਾ ਹੈ ਇਹ ਕੇਵਲ ਜਿਹੜਾ ਹੈ ਜੋ ਕਹਿ ਰਹੇ ਹੈ ਉਹ ਹੀ ਨਹੀਂ, ਤੁਸੀਂ ਵੇਖਦੇ ਵੀ ਹੋ ਸੰਸਾਰ ਦੇ ਵਿੱਚ ਜੋ ਚੀਜ਼ ਜਿਹੜਾ ਹੈ ਧਾਰਮਿਕ ਸਥਾਨਾਂ 'ਤੇ ਕੇਵਲ ਜਿਹੜਾ ਮਰਜ਼ੀ ਕਰ ਸਕਦੇ ਨੇ, ਮਨੁੱਖ ਹੀ ਕਰ ਸਕਦਾ, ਇਸਤਰੀ ਨਹੀਂ ਉੱਥੇ ਕਰ ਸਕਦੀ। ਸਾਡੇ 'ਤੇ ਖੁੱਲ੍ਹ ਹੈ। ਮਾਲਕ ਜੀ ਨੇ ਜਿਹੜਾ ਹੈ ਦੋਨਾਂ ਨੂੰ ਇੱਕੋ ਹੀ ਰੁਤਬਾ ਦੇ ਦਿੱਤਾ। ਜਿਨ੍ਹਾਂ ਨੇ ਅੰਮ੍ਰਿਤਪਾਨ ਕੀਤਾ ਹੈ ਨਾ, ਉਹਨਾਂ ਨੂੰ ਇਹ ਸਭ ਪਤਾ ਹੈ ਕਿ ਅੰਮ੍ਰਿਤਪਾਨ ਕਰਨ ਵੇਲੇ ਉੱਥੇ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ। ਛਕਾ ਕੇ ਅੰਮ੍ਰਿਤ ਬਾਅਦ ਦੇ ਵਿੱਚ ਜੋ ਤੁਮਕਾ ਜਾਂ ਬੂੰਦ ਬਾਟੇ ਦੇ ਵਿੱਚ ਡਿੱਗਦਾ ਹੈ ਨਾ, ਮੰਨ ਲਓ ਕਿ 100 ਪ੍ਰਾਣੀਆਂ ਨੇ ਛਕਿਆ ਹੈ ਅੰਮ੍ਰਿਤ, ਪਤਾ ਨਹੀਂ ਕਿਹੜੀ ਕਿਹੜੀ ਜਾਤ ਦੇ ਵਿੱਚ ਹੋਏਗਾ, ਪਰ ਜੋ ਉਹਨਾਂ ਨੇ ਛਕਿਆ ਹੈ, ਬੂੰਦ 2 ਬੂੰਦਾਂ ਜਿਨ੍ਹਾਂ ਦੇ ਹੱਥਾਂ ਵਿੱਚੋਂ ਡਿੱਗੀਆਂ ਨੇ ਨਾ ਬਾਟੇ ਦੇ ਵਿੱਚ, ਉਸੇ ਬਾਟੇ ਨੂੰ ਬਾਅਦ ਦੇ ਵਿੱਚ ਫਿਰ 5 ਪਿਆਰੇ ਕਤਾਰ ਲਗਾ ਕੇ ਘੁੱਟ-ਘੁੱਟ 2-2 ਘੁੱਟਾਂ ਜਿਹਨੇ ਪੀਣਾ ਹੈ ਉਹ ਤੁਸੀਂ ਸਾਰੇ ਪੀਓ, ਭਾਵੇਂ ਇਸਤਰੀ ਹੈ ਭਾਵੇਂ ਉੱਥੇ ਕੋਈ ਮਰਦ ਹੈ। ਅਤੇ ਮਾਲਕ ਨੇ ਸਾਨੂੰ ਵੀ ਕਕਾਰ ਦਿੱਤੇ ਨੇ ਅਤੇ ਤੁਹਾਨੂੰ ਵੀ ਉਹੀ ਕਕਾਰ ਦਿੱਤੇ ਨੇ। ਭੇਦ ਕੋਈ ਨਹੀਂ ਹੈ, ਕੋਈ ਵਖਰੇਵਾਂਪਨ ਨਹੀਂ ਹੈ। ਜੇ ਮੈਂ ਤਾਬਿਆਂ 'ਤੇ ਬੈਠ ਸਕਦਾ ਹਾਂ, ਤੁਸੀਂ ਵੀ ਤਾਬਿਆਂ 'ਤੇ ਬੈਠ ਸਕਦੇ ਹੋ, ਕੋਈ ਇਹ 'ਚ ਰੋਕ ਨਹੀਂ ਹੈ। ਤੁਸੀਂ ਵੀ ਗੁਰੂ ਕੀ ਬਾਣੀ ਪੜ੍ਹ ਸਕਦੇ ਹੋ, ਅਸੀਂ ਵੀ ਪੜ੍ਹ ਸਕਦੇ ਹਾਂ, ਪਰ ਹੋਰ ਧਰਮਾਂ ਦੇ ਵਿੱਚ ਇਹ ਅਲਾਊ ਨਹੀਂ ਹੈ ਕਿ ਤੁਸੀਂ ਜਿਹੜਾ ਹੈ ਕਿਸੇ ਜੋ ਮਰਦ ਦਾ ਕੰਮ ਹੈ ਉਹਦੀ ਜਗ੍ਹਾ 'ਤੇ ਕੋਈ ਇਸਤਰੀ ਕਰ ਦੇਵੇ ਜਾ ਕੇ। ਅਤੇ ਮੈਂ ਨਹੀਂ ਕਹਿੰਦਾ, ਤੁਸੀਂ ਆਪ ਜਾਣਦੇ ਜੋ, ਸਭ ਜਾਣਦੇ ਹੋ, ਬਸ ਕਹਿਣੋਂ ਹੀ ਕਤਰਾਉਂਦੇ ਕਿ ਅਸੀਂ ਕਿਉਂ ਕਹੀਏ, ਕਿਉਂਕਿ ਇਹ ਰਹੁ ਰੀਤੀ ਚੱਲੀ ਆ ਰਹੀ ਹੈ। ਅਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਮੈਂ ਤਾਂ ਕਹਾਂਗਾ, ਮੈਂ ਨਹੀਂ ਵੇਖਣਾ ਕਿ ਰਹੁ ਰੀਤੀ ਚੱਲੀ ਆ ਰਹੀ ਹੈ। ਜੋ ਸੱਚ ਹੈ ਉਸ ਸੱਚ ਨੂੰ
ਕਹਿਣ ਆਇਆ ਹਾਂ ਤੇ ਕਹਿ ਕੇ ਰਵਾਂਗਾ। ਤੇ ਗੁਰੂ ਸਾਹਿਬ ਜੀ ਨੇ ਫਿਰ ਇਹ ਵਚਨ ਵੀ ਕਹੇ ਸਨ ਕਿ ਮੇਰੀ ਮਾਤਾ ਜੀ, ਮੇਰੀ ਭੈਣ ਜੀ, ਤਿੰਨਾਂ ਦੇ ਗਲ ਦੇ ਵਿੱਚ ਪਹਿਲਾਂ ਪਾਓ ਹਾਂ। ਕਹਿੰਦੇ ਨਹੀਂ ਪੈ ਸਕਦਾ, ਇਹ ਰੀਤ ਨਹੀਂ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਜੇ ਰੀਤ ਨਹੀਂ ਹੈ, ਜੋ ਮੇਰੀ ਮਾਂ ਦੇ ਗਲ ਦੇ ਵਿੱਚ ਨਹੀਂ ਪੈ ਸਕਦਾ, ਉਹ ਮੇਰੇ ਗਲ ਵਿੱਚ ਕਿਵੇਂ ਪੈ ਸਕਦਾ ਹੈ। ਤੇ ਇਸ ਲਈ ਮਾਲਕ ਨੇ ਜਿਹੜਾ ਹੈ ਰਸਮ ਕਰਨ ਤੋਂ ਮਨਾ ਕਰ ਦਿੱਤਾ ਕਿ ਨਹੀਂ, ਇੱਦਾਂ ਨਹੀਂ ਹੋ ਸਕਦਾ, ਇਸ ਪ੍ਰਕਾਰ ਜਿਹੜਾ ਹੈ ਨਹੀਂ ਹੋ ਸਕਦਾ। ਪਰ ਧੱਕੇ ਨਾਲ ਕੋਈ ਕਰੇ ਕਿੱਦਾਂ, ਧੱਕਾਸ਼ਾਹੀ ਕਰੇ, ਕੁਝ ਵੀ ਕਰੇ। ਕਿਉਂਕਿ ਸਿਆਣੇ ਜੇਕਰ ਬੈਠੇ ਹੋ ਵਿੱਚ, ਛੋਟੀ ਆਰਬਲਾ ਦਾ ਬੈਠਾ ਹੋਵੇ, ਕੁਝ ਪ੍ਰਸ਼ਨ ਕਰ ਰਿਹਾ ਹੋਵੇ, ਉਹਨਾਂ ਦੇ ਉੱਤਰ ਨਾ ਦੇ ਕੇ ਤੁਸੀਂ ਧੱਕਾ ਕਰੋ, ਉੱਥੇ ਫਿਰ ਅਗਲਾ ਕੀ ਕਰ ਸਕਦਾ। ਪਰ ਗੁਰੂ ਸਾਹਿਬ ਜੀ ਨੇ ਸਪਸ਼ਟ ਇਹ ਗੱਲਾਂ ਕਹੀਆਂ ਨੇ ਕਿ ਮੈਂ ਇਸ ਜਿਹੜਾ ਹੈ ਜਨੇਊ ਨੂੰ ਨਹੀਂ ਮੰਨਦਾ, ਮੈਂ ਸੱਚੇ ਜਨੇਊ ਨੂੰ ਜਿਹੜਾ ਹੈ ਮੰਨਦਾ ਹਾਂ। ਜੇਕਰ ਹੈ ਤੁਹਾਡੇ ਕੋਲ ਤੇ ਉਹ ਤੁਸੀਂ ਪਾਉਣਾ ਕਰੋ, ਜੋ ਆਪਾਂ ਸ਼ਬਦ ਦੇ ਰਾਹੀਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਰਾਹੀਂ ਇਹ ਗੱਲ ਸਮਝੀ ਹੈ। ਇਤ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੁਰਬਾਰ ਦੇ ਬ੍ਰਹਮ ਸੂਤ ਉਹ ਨਹੀਂ ਪੜਨਾ ਅਰਦਾਸ ਗਊਆ ਚਾਰਨਾ ਕੇਤ ਹਰਿਆ ਕਰਨਾ ਸਵਈਆ ਬਰ ਆਨੰਦ ਤੇ ਬਰ ਦੇਉ ਗੁਰੂ ਬਰ ਗ੍ਰੰਥ ਸੰਪੂਰਨ ਹੋਏ ਅਬੈ। ਇਸ ਪ੍ਰਕਾਰ ਅਧਿਆਏ ਜਿਹੜਾ 9ਵਾਂ ਸੀ ਉਹ ਸੰਪੂਰਨ ਹੋਇਆ ਹੈ ਤੇ 10ਵੇਂ ਅਧਿਆਏ ਦੀ ਜਿਹੜਾ ਹੈ ਹੁਣ ਆਰੰਭਤਾ ਹੈ, ਜਿਸ ਵਿੱਚ ਸਤਿਗੁਰੂ ਜੀ ਨੂੰ ਹੁਣ ਜਿਹੜਾ ਹੈ ਬਾਬਾ ਮਹਿਤਾ ਕਾਲੂ ਜੀ ਪਸ਼ੂ ਚਰਾਉਣ ਵਾਸਤੇ ਭੇਜਣਗੇ, ਗਾਵਾਂ ਮੱਝਾਂ ਚਰਾਉਣ ਵਾਸਤੇ। ਤੇ ਉੱਥੇ ਫਿਰ ਕਿਉਂਕਿ ਇਹ ਘਟਨਾ ਤੁਸੀਂ ਸੁਣੀ ਵੀ ਹੋਏਗੀ ਕਿ ਮਾਲਕ ਜੀ ਇੱਕ ਦਰਖਤ ਦੀ ਛਾਂ ਥੱਲੇ ਬੈਠ ਜਾਂਦੇ ਨੇ, ਸੱਪ ਛਾਂ ਕਰਦਾ ਹੈ। ਉਸ ਤੋਂ ਬਾਅਦ ਫਿਰ ਜਿਸ ਖੇਤ ਦੇ ਵਿੱਚ ਗੁਰੂ ਸਾਹਿਬ ਜੀ ਦੇ ਪਸ਼ੂ ਵੜ ਕੇ ਉਹਨੂੰ ਚਰਿਆ ਸੀ, ਤੇ ਜਦੋਂ ਸ਼ਿਕਾਇਤ ਲੈ ਕੇ ਆਏ ਨੇ, ਇਹ ਸਾਰਾ ਬਿਰਤਾਂਤ ਜਿਹੜਾ ਹੈ ਇਸ ਅਧਿਆਇ ਦੇ ਵਿੱਚ ਕਵੀ ਜੀ ਨੇ ਜਿਹੜਾ ਹੈ ਸਾਨੂੰ ਦਿੱਤਾ ਹੈ। ਬਲ ਜਾਏ ਕਵੀ ਤੁਮਰੋ ਬਲ ਪਾਏ, ਕਰੋ ਕਵਿਤਾ ਸ਼ੁਭ ਛੰਦ ਸਬੈ। ਇੱਥੇ ਕਵੀ ਜੀ ਅਰਜ਼ੋਈ ਕਰ ਰਹੇ ਨੇ, ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਸ੍ਰੇਸ਼ਟ ਮੁਖਾਰ ਬਿੰਦ ਤੋਂ ਮੈਨੂੰ ਜਿਹੜਾ ਹੈ ਆਸ਼ੀਰਵਾਦ ਦਿਓ, ਬਖਸ਼ਿਸ਼ ਦਿਓ ਕਿ ਮੈਂ ਇਹ ਜਿਹੜਾ ਹੈ ਤੁਹਾਡਾ ਮੰਨੋ ਕਿ ਤੁਹਾਡੇ ਜੀਵਨ ਦਾ ਬਿਰਤਾਂਤ ਕਾਵ ਤੋਲ ਦੇ ਵਿੱਚ ਕਰ ਰਿਹਾ ਹਨ, ਛੇਤੀ ਹੀ ਸੰਪੂਰਨ ਹੋਵੇ। ਬਲਹੀਨ ਕਰੋ ਬਿਗਨਾ ਸਭਨੀ, ਗੁਰ ਕੀਰਤ ਗ੍ਰੰਥ ਸੋਏ ਤਬੈ। ਤੁਸੀਂ ਆਪ ਬਲ ਬਖਸ਼ੋ, ਮੈਂ ਸੋਹਣੇ ਛੰਦ ਕਵਿਤਾ ਜਿਹੜੀ ਹੈ ਇਹਦੀ ਰਚਨਾ ਕਰ ਸਕਾਂ। ਬਿਗਨਾ ਤਮ ਰੂਪ ਅਮਾਵਸ਼ ਕੋਜੈ, ਗ੍ਰੰਥ ਦੁਤੀ ਦੁਤ ਚੰਦ ਪਬੈ। ਇਸ ਪ੍ਰਕਾਰ ਕਵੀ ਜੀ ਕਹਿੰਦੇ ਨੇ ਕਿ ਤੁਸੀਂ ਸੰਪੂਰਨ ਹੋ, ਵਿਘਨਾਂ ਦੇ ਹਨੇਰੇ ਨੂੰ ਜਿਹੜਾ ਹੈ ਨਾ ਨਾਸ਼ ਕਰਨ ਵਾਲੇ ਹੋ। ਮਾਨੋ ਕਿ ਚੰਦ ਦੇ ਸਮਾਨ ਜਿਵੇਂ ਖਿੜਿਆ ਹੋਵੇ ਨਾ ਪੂਰਾ ਚੰਦਰਮਾ, ਪ੍ਰਕਾਸ਼ਮਾਨ ਹੁੰਦਾ ਹੈ, ਸੰਪੂਰਨ ਸ੍ਰਿਸ਼ਟੀ ਨੂੰ ਜਿਹੜਾ ਚਾਨਣ ਦਿੰਦਾ ਹੈ। ਤੇ ਕਵੀ ਜੀ ਕਹਿੰਦੇ ਸਾਡੇ ਤੇ ਵੀ ਬਖਸ਼ਿਸ਼ਾਂ ਕਰੋ, ਅਸੀਂ ਵੀ ਜਿਹੜਾ ਹੈ ਤੁਹਾਡੇ ਤੋਂ ਮਤ ਪ੍ਰਾਪਤ ਕਰਕੇ ਤੁਹਾਡਾ ਜਸ ਗਾਇਨ ਕਰ ਸਕੀਏ। ਸ਼੍ਰੀ ਬਾਲਾ ਸੰਦੂਰ ਵਾਚ ਦੋਇਰਾ, ਤੈ ਪਾਛੇ ਸ਼੍ਰੀ ਸਤਿਗੁਰੂ ਕਰਬੋ ਆਪਨ ਦੁਰਾਓ, ਮਤ ਸੁਭਾਉ ਆਨੰਦ ਮੈਂ ਕਰ ਨ ਕਛੂ ਲਖਾਓ। ਇਸ ਤੋਂ ਬਾਅਦ ਫਿਰ ਸਤਿਗੁਰੂ ਜੀ ਆਪਣੇ ਆਪ ਨੂੰ ਜ਼ਿਆਦਾਤਰ ਛੁਪਾ ਕੇ ਰੱਖਦੇ ਨੇ, ਜ਼ਾਹਰ ਨਹੀਂ ਹੁੰਦੇ। ਮਾਲਕ ਜੀ ਮਸਤ ਸੁਭਾਅ ਦੇ ਵਿੱਚ ਆਨੰਦਮਈ ਸਰੂਪ ਵਾਲੇ ਹੁਣ ਆਪਣੇ ਆਪ ਦੇ ਵਿੱਚ ਹੀ ਮਸਤ ਰਹਿੰਦੇ ਹਨ। ਜੋ ਪਈ ਉਦਾਸੀਨ ਬ੍ਰਿਤ ਰਹੇ ਰੂਡਾ, ਜਾਂਤੇ ਲਖ ਨ ਸਕੇ ਨਰ ਮੂਡਾ। ਉਦਾਸ ਬਿਰਤੀ ਵਿੱਚ ਸਦਾ ਟਿਕੇ ਰਹਿੰਦੇ ਸਨ। ਤੇ ਮਾਨੋ ਕਿ ਜਿਹੜਾ ਹੈ ਇਸ ਅਵਸਥਾ ਨੂੰ ਕੋਈ ਵੀ ਜਿਹੜਾ ਹੈ ਨਾ ਮੂਰਖ ਮਨੁੱਖ ਜਾਣ ਨਹੀਂ ਸਕਦਾ
ਕਿ ਮਾਲਕ ਕਿਸ ਅਵਸਥਾ ਵਿੱਚ ਟਿਕੇ ਹੋਏ ਹਨ। ਮੇਰਾ ਨਿਹੇਤ ਨ ਖੇਲੈ ਹੋਲੈ ਨੈਣਾ, ਚੰਚਲ ਅਦਰ ਨ ਕਰਿਤ ਬੈਨਾ। ਕਿਸੇ ਨੂੰ ਵੇਖਣ ਵਾਸਤੇ ਉਹ ਨੈਣ ਨਹੀਂ ਖੋਲਦੇ, ਅੱਖਾਂ ਨਹੀਂ ਖੋਲਦੇ। ਬਚਨ ਕਹਿਣ ਵਾਸਤੇ ਜਿਹੜਾ ਹੁਣ ਚੰਚਲ ਨਹੀਂ, ਚੁੱਪ ਰਹਿੰਦੇ ਹਨ। ਸਹਿਜ ਸੁਭਾਏ ਕਿਰਿਆ ਰਖੀ ਕੇ, ਹੋਏ ਤਾਂ ਹੋਏ ਨਤ ਥਿਰ ਬਿਦਨੀ ਕੇ। ਇਸ ਪ੍ਰਕਾਰ ਇੰਦਰੀਆਂ ਦੀ ਸਹਿਜ ਸੁਭਾਅ ਕਿਰਿਆ ਸੀ, ਜੋ ਜਾਵੇ ਤਾਂ ਹੋ ਜਾਵੇ, ਨਹੀਂ ਤੇ ਜਿਹੜਾ ਇੱਕ ਜਗ੍ਹਾ ਤੇ ਟਿਕੀਆਂ ਰਹਿੰਦੀਆਂ ਹਨ ਹਰ ਇੱਕ ਇੰਦਰੀ। ਅੰਤਰਮੁਖੀ ਬ੍ਰਿਤ ਦਿਨ ਰਹਿਣਾ, ਕਰ ਰਾਖੀ ਸਿਰ ਪੰਕਜ ਨੈਣਾ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਹੁਣ ਦਿਨ ਰਾਤ ਅੰਤਰਮੁਖੀ ਬਿਰਤੀ, ਅੰਤਰਮੁਖੀ ਭਾਵ ਜਿਹੜਾ ਹੈ ਆਪਣੇ ਆਪ ਦੇ ਵਿੱਚ ਰਹਿੰਦੇ ਨੇ। ਸੰਸਾਰ ਤੋਂ ਜਿਹੜਾ ਹੁਣ ਉਪਰਾਮ ਹੋ ਗਏ, ਉਦਾਸੀਨ ਹੋ ਗਏ ਹਨ। ਜਗਤ ਅਸਾਰ ਖੇਲ ਜਿਵ ਸਿਸ ਕੀ, ਅਸਲਖ ਕਰੇ ਨ ਕਾਖਾ ਕਿਸ ਕੀ। ਜਗਤ ਵੱਲੋਂ ਬਿਲਕੁਲ ਬੇਖਬਰ, ਜਿਵੇਂ ਇੱਕ ਬਾਲਕ ਦੀ ਖੇਡ ਹੁੰਦੀ ਹੈ, ਕਿਸੇ ਚੀਜ਼ ਨੂੰ ਵੇਖ ਕੇ ਉਸ ਦੇ ਪ੍ਰਤੀ ਜਿਹੜਾ ਹੈ ਉਸ ਦੀ ਪ੍ਰਾਪਤੀ ਦੀ ਇੱਛਾ, ਇਹ ਕੁਝ ਵੀ ਨਹੀਂ ਸੀ ਕਰਦੇ ਹੁਣ। ਨਰ ਨਾਰੀ ਪਾਕੇ ਅਸਰੀਤੀ, ਕਾਲੂ ਸੁਖ ਕੀ ਮਤ ਵਿਪਰੀਤੀ। ਇਸ ਪ੍ਰਕਾਰ ਸਾਰੇ ਜਿਹੜੇ ਇਸਤਰੀ ਮਰਦ ਸਨ, ਅਜਿਹੀ ਹਾਲਤ ਨੂੰ ਵੇਖ ਕੇ ਬਾਬਾ ਮਹਿਤਾ ਕਾਲੂ ਜੀ ਨੂੰ ਕਹਿੰਦੇ ਨੇ, ਹੁਣ ਤੇ ਅਸਲ ਦੇ ਵਿੱਚ ਇਹਨਾਂ ਦੇ ਪੁੱਤਰ ਦੀ ਮਤ ਜਿਹੜੀ ਹੈ ਨਾ ਉਲਟੀ ਹੋ ਗਈ ਹੈ, ਪੁੱਠੀ ਹੋ ਗਈ ਹੈ। ਆਗੇ ਕਹਿਤ ਬੈਨ ਗੁਣਸਾਲੀ, ਕਹਿ ਤੂੰ ਸ਼ਨ ਅਬ ਕੌਣ ਕੁਚਾਲੀ। ਇਸ ਪ੍ਰਕਾਰ ਇਹ ਗੁਣਵਾਨ ਜਿਹੜਾ ਹੈ ਨਾ, ਕਿਸ ਭੈੜੀ ਗੱਲ ਕਰਕੇ ਹਰ ਵੇਲੇ ਚੁੱਪ ਰਹਿੰਦਾ ਹੈ। ਕੀ ਇਸ ਨੂੰ ਕਿਸੇ ਇਸਤਰੀ ਜਾਂ ਮਰਦ ਦੀ ਜਿਹੜਾ ਹੈ ਨਜ਼ਰ ਲੱਗ ਗਈ ਹੈ? ਇਹੋ ਜਿਹੀਆਂ ਗੱਲਾਂ ਲੋਕ ਕਰਨ ਲੱਗ ਪਏ ਹਨ। ਦੀਖ ਲਗੀ ਨਰ ਨਾਰਨ ਕੇਰੀ, ਜੈ ਮਸਤਾਨੀ ਤੋਰ ਕਨੇਰੀ। ਇਸ ਪ੍ਰਕਾਰ ਇਸ ਕਰਕੇ ਅਜਿਹੀ ਜਿਹੜਾ ਹੈ, ਮੰਨੋ ਕਿ ਇਹਨਾਂ ਨੂੰ ਮਸਤਾਨੀ ਤਬੀਅਤ ਜਿਹੜੀ ਹੋ ਗਈ ਹੈ ਇਹਨਾਂ ਦੀ, ਭਾਵ ਹੁਣ ਠੀਕ ਠਾਕ ਨਹੀਂ ਰਹਿੰਦੇ, ਹੁਣ ਬੋਲਦੇ ਨਹੀਂ ਕਿਸੇ ਨਾਲ, ਚੁੱਪ ਚੁੱਪ ਰਹਿੰਦੇ ਨੇ। ਹੋ ਕੀ ਗਿਆ ਹੈ ਫਿਰ ਤੋਂ? ਭੂਤ ਪ੍ਰੇਤ ਕੀ ਭਈ ਕੀ ਛਾਇਆ, ਸੁਨਨ ਕਹਿਨ ਜਿਨ ਸਭ ਬਿਸਰਾਇਆ। ਕੋਈ ਕਹਿੰਦਾ ਹੈ ਹੁਣ, ਕਿਉਂਕਿ ਜਿਹੋ ਜਿਹੇ ਜਿਹਦੇ ਖਿਆਲਾਤ ਨੇ ਉਹ ਜਿਹੜਾ ਉਹ ਕਹੇਗਾ। ਕੋਈ ਕਹਿੰਦਾ ਹੈ ਭੂਤ ਪ੍ਰੇਤ ਦੀ ਛਾਇਆ ਚੰਬੜ ਗਈ ਹੈ, ਤੇ ਅਸਲ ਦੇ ਵਿੱਚ ਕੋਈ ਕਹਿੰਦਾ ਹੈ ਕਿ ਇਸ ਕਰਕੇ ਜਿਹੜਾ ਹੈ ਇਹ ਬੋਲਦੇ ਨਹੀਂ ਕਿਸੇ ਨਾਲ, ਇਹਨਾਂ ਸੁਣਨਾ ਛੱਡ ਦਿੱਤਾ ਹੈ। ਕਿਸੇ ਨੇ ਜਿਹੜਾ ਹੈ ਪ੍ਰਭਾਵ ਆਪਣਾ ਪਾਇਆ ਹੋਇਆ ਹੈ। ਅਸ਼ਕ ਦਿਵਸ ਬੀਤੇ ਅਸਰੀਤੀ, ਏਕ ਸਮੈ ਕਾਲੂ ਕਰ ਪ੍ਰੀਤੀ। ਇਸ ਤਰ੍ਹਾਂ ਕਾਫੀ ਦਿਨ ਬਤੀਤ ਹੋ ਗਏ ਨੇ, ਤੇ ਬਾਬਾ ਮਹਿਤਾ ਕਾਲੂ ਜੀ ਉਹਨਾਂ ਨੂੰ ਬਹੁਤ ਜਿਹੜਾ ਇੱਕ ਦਿਨ ਪਿਆਰ ਕੀਤਾ, ਆਪਣੇ ਕੋਲ ਬਿਠਾਇਆ। ਅੰਕ ਬਿਸਾਏ ਸੀਸ ਕਰ ਫੇਰਾ, ਸੁੰਗਤ ਮਸਤਕ ਆਨੰਦ ਗਨੇਰਾ। ਆਪਣੇ ਪੁੱਤਰ ਨੂੰ ਛਾਤੀ ਨਾਲ ਲਾਇਆ ਹੈ ਤੇ ਪਿਆਰ ਨਾਲ ਸਿਰ ਤੇ ਹੱਥ ਫੇਰਿਆ ਹੈ, ਮੱਥਾ ਚੁੰਮ ਕੇ ਬੜਾ ਆਨੰਦ ਪ੍ਰਾਪਤ ਕੀਤਾ ਹੈ। ਫੇਰ ਤਾਤ ਕੋਰ ਦੇ ਵਿਚਾਰਾ, ਮਤ ਪ੍ਰਕਾਸ਼ੈ ਕਰਤਿਓ ਕਾਰਾ। ਆਪਣੇ ਪੁੱਤਰ ਨੂੰ ਵੇਖ ਕੇ ਮਨ ਦੇ ਵਿੱਚ ਇਹ ਵਿਚਾਰਿਆ ਕਿ ਕੋਈ ਕੰਮ ਕਰਨ ਦੇ ਨਾਲ ਹੋ ਸਕਦਾ ਹੈ ਕਿ ਇਹਨਾਂ ਦੀ ਬੁੱਧੀ ਪ੍ਰਕਾਸ਼ਿਤ ਹੋ ਜਾਵੇ, ਵਿਕਸਿਤ ਹੋ ਜਾਵੇ। ਜੋ ਇਹ ਚੁੱਪ ਚੁੱਪ ਬਹਿੰਦੇ ਨੇ ਠੀਕ ਠਾਕ ਹੋ ਜਾਣ, ਕੋਈ ਇਹਨਾਂ ਨੂੰ ਕੰਮ ਕਰ ਦੇਣਾ ਚਾਹੀਦਾ ਹੈ। ਜਾਂ ਤੇ ਕਾਰਿਕ ਰਾਮ ਜਿਥੋਰੀ, ਸ਼ਨੇ ਸ਼ਨੇ ਪਰਚੈ ਸਭ ਠੋਰੀ। ਇਸ ਪ੍ਰਕਾਰ ਮੈਂ ਇਹਨਾਂ ਤੋਂ ਥੋੜਾ ਥੋੜਾ ਕੰਮ ਲਵਾਂਗਾ, ਹੌਲੀ ਹੌਲੀ ਇਹਨਾਂ ਨੂੰ ਫਿਰ ਜਿਹੜਾ ਹੈ ਨਾ, ਇਹਨਾਂ ਦਾ ਮਨ ਵੀ ਲੱਗ ਜਾਏਗਾ, ਬੋਲਣ ਚਾਲਣ ਲੱਗ ਪੈਣਗੇ। ਜਿਨ੍ਹਾਂ ਨੂੰ ਹੁਣ ਥੋੜਾ ਜਿਹਾ ਕੋਈ ਕੰਮਕਾਰ ਜਿਹੜਾ ਹੈ ਦੱਸਣਾ ਚਾਹੀਦਾ ਹੈ। ਅਸ ਵਿਦ ਲਖ ਕਾਲੂ ਮੁਖ ਪਾਖੀ, ਦੋ ਮਹਿ ਕੀ ਚਾਰੋਂ ਕਰ ਰਾਖੀ। ਇਸ ਤਰ੍ਹਾਂ ਵੇਖ ਕੇ ਬਾਬਾ ਮਹਿਤਾ ਕਾਲੂ ਜੀ ਨੇ ਆਪਣੇ ਮੁਖ ਤੋਂ ਬੋਲਿਆ ਹੈ ਕਿ ਬੱਚੇ, ਭਾਵ ਗੁਰੂ ਸਾਹਿਬ ਜੀ ਨੂੰ ਕਹਿ ਰਹੇ ਨੇ ਕਿ ਗੋ ਦਾ ਅਰਥ ਹੈ ਗਾਂ, ਮਹਿਕੀ ਦਾ ਅਰਥ ਹੁੰਦਾ ਮੱਝਾਂ। ਕਹਿੰਦੇ ਕਿ ਗਾਵਾਂ ਮੱਝਾਂ ਜਾ ਤੁਸੀਂ ਜਿਹੜਾ ਆਪਣੀਆਂ ਲੈ ਜਾਓ, ਚਾਰੋ ਇਹਨਾਂ ਦੀ ਰਾਖੀ ਕਰੋ। ਏਕ ਆਤਮ ਜਿਹ ਮੇਰੇ ਧਾਮ,
ਨਾਮੁ ਕੈ ਬਿਦ ਸਰੈ ਕਰੇ ਬਿਨ ਕਾਮੁ। ਸਾਡੇ ਘਰ ਕੇਵਲ ਇੱਕ ਪੁੱਤਰ ਹੈ, ਕੰਮ ਕਰਨ ਤੋਂ ਬਗੈਰ ਕਿਵੇਂ ਸਰੇਗਾ। ਇਸ ਲਈ ਪੁੱਤਰ ਜੀ ਆਪਾਂ ਨੂੰ ਥੋੜਾ ਬਹੁਤ ਕੰਮ ਕਰਨਾ ਪਏਗਾ। ਜੈਸੇ ਉਹ ਤਾਤ ਬਿਤਿਐ ਬਿਤੀ ਤੈ ਨਾਹੀ ਕਰੋ ਕਾਰ ਨਿਜ ਮਨ ਪਰਚਾਈ। ਇਸ ਪ੍ਰਕਾਰ ਹੇ ਪੁੱਤਰ ਬੈਠੇ ਰਹਿਣ ਦੇ ਨਾਲ ਕੀ ਹੋਏਗਾ, ਤੇ ਸਮਾਂ ਵੀ ਤੁਹਾਡਾ ਜਿਹੜਾ ਹੈ ਅਸਲ ਦੇ ਵਿੱਚ ਨਹੀਂ ਲੰਘਦਾ। ਤੇ ਇਸ ਲਈ ਜਿਹੜਾ ਹੈ ਤੁਸੀਂ ਆਪਣੇ ਮਨ ਪਰਚਾਵੇ ਲਈ ਕੋਈ ਕੰਮ ਕਰ ਲਓ। ਤੁਹਾਡਾ ਮਨ ਕਿਤੇ ਲੱਗ ਜਾਏ ਤੇ ਤੁਸੀਂ ਉਦਾਸ ਰਹਿੰਦੇ ਹੋ, ਬੋਲਦੇ ਨਹੀਂ ਹੋ, ਤੇ ਤੁਸੀਂ ਕੋਈ ਕੰਮਕਾਰ ਕਰ ਲਓ। ਜਾਓ ਕੋਈ ਡੰਗਰ ਵੱਛਾ ਸਾਂਭ ਲਓ, ਕੋਈ ਜਿਹੜਾ ਹੈ ਆਪਣੀਆਂ ਮੱਝਾਂ ਗਾਵਾਂ ਚਰਾ ਲਓ। ਇਹ ਕੰਮ ਥੋੜਾ ਬਹੁਤ ਕਰੋ। ਸਦਾ ਉਦਾਸ ਰਹੇ ਮਨ ਤੇਰੋ ਪਰ ਚੋਖੁਨ ਹੋਏ ਚੀਰ ਬਦੇ। ਪੁੱਤਰ ਜੀ ਤੁਹਾਡਾ ਜਿਹੜਾ ਮਨ ਹੈ ਨਾ ਇਹ ਉਦਾਸ ਰਹਿੰਦਾ ਹੈ, ਤੇ ਇਸ ਲਈ ਪਰਚੋ ਪੁਨ ਹੋਏ ਛੀਰ ਵਡੇਰੋ। ਮੱਝਾਂ ਚਾਰਨ ਦੇ ਨਾਲ ਹੋ ਸਕਦਾ ਤੁਹਾਡਾ ਮਨ ਲੱਗ ਜਾਵੇ, ਤੇ ਤੁਸੀਂ ਮੱਝਾਂ ਰੋਜ਼ ਲੈ ਕੇ ਜਾਓਗੇ ਤੇ ਆਪਣਾ ਦੁੱਧ ਵੀ ਵਧੇਗਾ, ਵਾਧਾ ਹੋਏਗਾ। ਤੇ ਇਸ ਲਈ ਜਿਹੜਾ ਹੈ ਤੰਦਰੁਸਤ ਹੋਣਗੇ ਡੰਗਰ, ਤੇ ਕਿਉਂ ਨਾ ਤੁਸੀਂ ਇਹੀ ਕੰਮ ਕਰੋ। ਹਰਿਤ ਤ੍ਰਿਣਨ ਤੁਮ ਆਨੋ ਚਾਰੀ ਕਯੋ ਪ੍ਰੀਤ ਸੋ ਕਰਤ ਦੁਲਾਰਾ। ਇਸ ਪ੍ਰਕਾਰ ਦਾਸ ਚਰਾਵਤ ਰੀਤ ਬਿਗਾਰੀ ਹਰਤ ਤ੍ਰਿਣ ਤੁਮ ਆਨੋ ਚਾਰੀ। ਕਹਿੰਦੇ ਨੌਕਰਾਂ ਨੇ ਜਿਹੜਾ ਮੱਝਾਂ ਚਾਰ ਕੇ ਆ ਜਿਹੜਾ ਹਾਲਤ ਹੀ ਵਿਗਾੜ ਦਿੱਤੀ ਪਸ਼ੂਆਂ ਦੀ। ਜਿਹੜਾ ਨੌਕਰ ਰੱਖੇ ਨੇ ਨਾ ਆਪਾਂ, ਇਹ ਢੰਗ ਦੇ ਨਾਲ ਕੰਮ ਨਹੀਂ ਕਰਦੇ। ਤੇ ਪੁੱਤਰ ਜੀ ਤੁਸੀਂ ਜਿਹੜਾ ਹੈ ਇਹਨਾਂ ਨੂੰ ਸੰਭਾਲੋ, ਚੰਗਾ ਘਾਹ ਖਵਾਓ, ਤਾਂ ਜੋ ਜਿਹੜਾ ਹੈ ਇਹ ਤੰਦਰੁਸਤ ਰਹਿਣ ਤੇ ਆਪਾਂ ਨੂੰ ਜਿਹੜਾ ਹੈ ਦੁੱਧ ਵਧੇਰੇ ਦੇਣ। ਕਯੋ ਪ੍ਰੀਤ ਸੋ ਕਰਤ ਦੁਲਾਰਾ ਸੁਨ ਸ਼੍ਰੀ ਨਾਨਕ ਪੇ ਅਨੁਸਾਰਾ। ਆਪਣੇ ਦੁਲਾਰੇ ਨੂੰ ਬੜੀ ਪ੍ਰੀਤ ਕੀਤੀ ਹੈ, ਪਿਆਰ ਕੀਤਾ ਹੈ ਤੇ ਕੁਝ ਕਿਹਾ ਹੈ। ਗੁਰੂ ਸਾਹਿਬ ਜੀ ਨੇ ਫਿਰ ਸੁਣਿਆ ਹੈ ਉਹਨਾਂ ਗੱਲਾਂ ਨੂੰ, ਤੇ ਫਿਰ ਕਹਿਣ ਲੱਗੇ ਪਿਤਾ ਜੀ ਨੂੰ, ਕਹਿਤ ਪਿਤਾ ਜੀ ਪੋਰ ਸਿਧਾਉ ਤੁਮ ਰਜਾਏ ਤੇ ਚਾਰ ਲਿਆਉ। ਪਿਤਾ ਜੀ ਜਿਵੇਂ ਤੁਹਾਨੂੰ ਠੀਕ ਲੱਗਦਾ ਹੈ ਨਾ ਉਵੇਂ ਕਰਾਂਗਾ ਮੈਂ। ਭੋਰ ਦਾ ਅਰਥ ਹੈ ਸਵੇਰ। ਚਲੋ ਕੱਲ ਤੋਂ ਜਿਹੜਾ ਸਵੇਰ ਤੋਂ ਮੈਂ ਪਸ਼ੂਆਂ ਨੂੰ ਲੈ ਜਾਇਆ ਕਰਾਂਗਾ, ਤੇ ਤੁਮ ਰਜਾਏ ਤੇ ਚਾਰ ਲਿਆਉ। ਜਿਵੇਂ ਤੁਹਾਡਾ ਹੁਕਮ ਹੈ ਉਸ ਮੁਤਾਬਕ ਜਿਹੜਾ ਹੈ ਮੈਂ ਮੱਝਾਂ ਗਾਵਾਂ ਨੂੰ ਲਿਜਾਵਾਂਗਾ, ਚਾਰ ਕੇ ਲਿਆਵਾਂਗਾ। ਅੱਗੇ ਮਾਲਕ ਜੀ ਕਿਵੇਂ ਕਿਰਪਾ ਕਰਨਗੇ, ਕਿਵੇਂ ਜਿਹੜਾ ਹੈ ਫਸਲ ਜਿਹੜੀ ਚਰੀ ਹੋਈ ਹਰੀ ਭਰੀ ਹੋਏਗੀ, ਕਿਵੇਂ ਮਾਲਕ ਜੀ ਫੇਰ ਇੱਕ ਵਾਰ ਸੰਸਾਰ ਨੂੰ, ਉੱਥੋਂ ਦੇ ਲੋਕਾਂ ਨੂੰ, ਤਲਵੰਡੀ ਦੇ ਲੋਕਾਂ ਨੂੰ ਅਚਰਜਤਾ ਦੇ ਵਿੱਚ, ਹੈਰਾਨਤਾ ਦੇ ਵਿੱਚ ਪਾ ਦੇਣਗੇ। ਸੌਣ ਵਾਲੇ ਦੀਵਾਨਾਂ ਵਿੱਚ ਆਪਾਂ ਵਿਚਾਰ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਹੇ ਪੂਰਨ ਹੈ ਸਰਬ ਮੈਂ, ਹੇ ਸੰਗੀ ਹੈ ਨਿਰੰਕਾਰ, ਹੇ ਗੋਬਿੰਦ ਹੈ ਗੁਣ ਨਿਧਾਨ, ਹੇ ਅਪਰੰਪਰ ਹਰ ਹਰੇ, ਹੇ ਸੰਤਾਂ ਕੈ ਸਦਾ ਸੰਗ, ਹੇ ਠਾਕੁਰ ਹਉ ਦਾਸਰੋ, ਨਾਨਕ ਦੀਜੈ ਨਾਮ ਦਾ, ਆਏ ਪ੍ਰਭ ਸ਼ਰਨਾਗਤੀ, ਏਕ ਅਖਰ ਹਰ ਮਨ ਬਸਤ, ਆਏ ਪ੍ਰਭ ਸ਼ਰਨਾਗਤੀ, ਏਕ ਅਖਰ ਹਰ ਮਨ ਬਸਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।